ਅੱਜ ਸਾਡੇ ਵਿਚਕਾਰ ਸਰਦਾਰ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ CPI M ਪੰਜਾਬ ਉਹ ਸਾਡੇ ਵਿਚਕਾਰ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਇਸ ਪ੍ਰਤੀ ਦਾ ਦ੍ਰਿਸ਼ਟੀਕੋਣ ਕੀ ਹੈ ਵਰਤਮਾਨ ਮਾਮਲਿਆਂ 'ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਅੱਜ ਦੀ ਸਥਿਤੀ ਦੇ ਵਿੱਚ ਜਦੋਂ ਕਿ ਅਸੀਂ ਇਸ ਤੋਂ ਗੁਜ਼ਰ ਰਹੇ ਹਾਂ ਤਾਂ ਤੁਹਾਡਾ ਇਸ ਦੇ ਵਿੱਚ ਕੀ ਰੋਲ ਹੈ? ਇਸ ਦੇਖੋ, ਅੱਜ ਦੇਸ਼ ਔਰ ਦੁਨੀਆ ਦੇ ਪੈਮਾਨੇ 'ਤੇ ਕਰੋਨਾ ਮਹਾਮਾਰੀ ਦੇ ਨਾਲ ਜੂਝ ਰਿਹਾ। ਦੇਸ਼ ਦੀ ਸਰਕਾਰ ਨੇ ਇਸ ਕਰੋਨਾ ਮਹਾਮਾਰੀ ਦੀ ਤਿਆਰੀ ਤੋਂ ਬਿਨਾਂ ਹੀ ਲਾਕਡਾਊਨ ਕਰ ਦਿੱਤਾ ਗਿਆ ਔਰ ਇਹ ਸਰਕਾਰ ਨੇ ਤਿਆਰੀ ਲਈ ਸਮਾਂ ਸੀ ਸਰਕਾਰ ਕੋਲੇ। ਜਦੋਂ ਕਿ 30 ਜਨਵਰੀ ਨੂੰ ਪਹਿਲਾ ਕੇਸ ਜਿਹੜਾ ਕੇਰਲਾ ਦੇ ਵਿੱਚ ਤਸਦੀਕ ਹੋ ਚੁੱਕਿਆ ਸੀ, ਉਸ ਸਮੇਂ ਤੋਂ ਲੈ ਕੇ ਵੀ ਸਰਕਾਰ ਕੋਲੇ ਲਗਭਗ 2 ਮਹੀਨੇ ਦਾ ਸਮਾਂ ਸੀ। ਸਰਕਾਰ ਟੈਸਟਿੰਗ ਪ੍ਰਣਾਲੀ ਰਾਹੀਂ, ਸਰਕਾਰ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਤਿਆਰ ਕਰਦੀ, ਵੈਂਟੀਲੇਟਰਾਂ ਦਾ ਪ੍ਰਬੰਧ ਕਰਦੀ, PP ਕਿੱਟਾਂ ਦਾ ਪ੍ਰਬੰਧ ਹੋ ਸਕਦਾ ਸੀ। ਇਹ ਸਾਰੇ ਜਿਹੜੇ ਪ੍ਰਬੰਧ ਕਰਨੇ ਸੀ ਸਰਕਾਰ ਨੇ, ਉਹ ਪ੍ਰਬੰਧ ਕੋਈ ਨਹੀਂ ਕੀਤਾ। ਸਰਕਾਰ ਇਸ ਸਮੇਂ ਦੇ ਦੌਰਾਨ ਮੋਦੀ ਸਾਹਿਬ ਦੀ ਸਰਕਾਰ ਇਸ ਗੱਲ 'ਤੇ ਲੱਗੀ ਰਹੀ ਵੀ ਟਰੰਪ ਨੂੰ ਸਲਾਮ ਕਰਨ ਵਾਸਤੇ ਹੀ ਜ਼ੋਰ ਲੱਗਾ ਰਿਹਾ। ਫਰਵਰੀ ਦਾ ਮਹੀਨਾ ਮੋਦੀ ਸਾਹਿਬ ਨੇ ਟਰੰਪ ਦੀ ਸਲਾਮ ਕਰਨ ਦੇ ਉੱਤੇ ਨਿਗਾਹ ਦਿੱਤਾ ਅਤੇ ਲੱਖਾਂ ਲੋਕ ਅਹਿਮਦਾਬਾਦ ਦੇ ਵਿੱਚ, ਗੁਜਰਾਤ ਸੂਬੇ ਦੇ ਵਿੱਚ ਇਕੱਠੇ ਕੀਤੇ ਉਹਦੇ ਸਵਾਗਤ ਦੇ ਵਾਸਤੇ। ਔਰ ਸਭ ਤੋਂ ਵੱਧ ਪ੍ਰਭਾਵਿਤ ਵੀ ਅੱਜ ਸੂਬਾ ਉਹੀ ਹੈ ਜਿੱਥੇ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਗਿਆ। ਮਾਰਚ ਦਾ ਮਹੀਨਾ ਇਸ ਗੱਲ ਦੇ ਉੱਤੇ ਲਾ ਦਿੱਤਾ ਮੋਦੀ ਸਰਕਾਰ ਨੇ ਵੀ ਮੱਧ ਪ੍ਰਦੇਸ਼ ਦੀ ਸਰਕਾਰ ਤੋੜਨ ਵਾਸਤੇ MLAਆਂ ਦੀ ਖਰੀਦੋ ਫਰੋਖਤ ਕੀਤੀ ਅਤੇ ਮੱਧ ਪ੍ਰਦੇਸ਼ ਦੀ ਸਰਕਾਰ ਤੋੜਨ ਤੋਂ ਬਾਅਦ ਸਹੁੰ ਚੁਕਾਉਣ ਤੋਂ ਅਗਲੇ ਹੀ ਦਿਨ ਜਦੋਂ BJP ਨੇ ਆਪਣੀ ਸਰਕਾਰ ਬਣਾ ਲਈ ਤਾਂ ਅਗਲੇ ਦਿਨ ਲਾਕਡਾਊਨ ਐਲਾਨ ਕਰ ਦਿੱਤਾ। ਲਾਕਡਾਊਨ ਲਈ ਸਮਾਂ ਕਿੰਨਾ ਦਿੱਤਾ ਲੋਕਾਂ ਨੂੰ? ਲਾਕਡਾਊਨ ਕਰਦਿਆਂ ਸਮੇਂ ਸਿਰਫ 8 ਵਜੇ ਸੰਬੋਧਨ ਕਰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ, 12 ਵਜੇ ਲਾਕਡਾਊਨ ਹੋ ਜਾਂਦਾ। ਸਾਡੀ ਪਾਰਟੀ ਦੀ ਇਹ ਸਮਝਦਾਰੀ ਹੈ ਵੀ ਲਾਕਡਾਊਨ ਲਾਉਣ ਤੋਂ ਪਹਿਲਾਂ ਘੱਟੋ ਘੱਟ ਲੋਕਾਂ ਨੂੰ 1 ਹਫ਼ਤੇ ਦਾ ਸਮਾਂ ਦੇਣਾ ਚਾਹੀਦਾ ਸੀ। ਦਿਮਾਗੀ ਤੌਰ 'ਤੇ ਤਿਆਰ ਕਰਨਾ ਚਾਹੀਦਾ ਸੀ ਲੋਕਾਂ ਨੂੰ ਵੀ ਮਹਾਮਾਰੀ ਨਾਲ ਲੜਨ ਵਾਸਤੇ ਸਾਨੂੰ ਲਾਕਡਾਊਨ ਕਰਨਾ ਪੈ ਸਕਦਾ। ਸਾਰੇ ਪ੍ਰਵਾਸੀਆਂ ਨੂੰ, ਟਰਾਂਸਪੋਰਟਰਾਂ ਨੂੰ, ਵਿਦਿਆਰਥੀਆਂ ਨੂੰ, ਕਾਰੋਬਾਰੀ ਲੋਕਾਂ ਨੂੰ, ਟੂਰਿਸਟਾਂ ਨੂੰ, ਜਿਹੜੇ ਘੁੰਮਣ ਫਿਰਨ ਵਾਸਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਗਏ ਸੀ, ਉਹਨਾਂ ਲੋਕਾਂ ਨੂੰ ਆਪਣੇ ਆਪਣੇ ਘਰਾਂ 'ਚ, ਆਪਣੇ ਆਪਣੇ ਸੂਬਿਆਂ 'ਚ ਪਹੁੰਚਦਾ ਕਰਨ ਵਾਸਤੇ ਸਮਾਂ ਦੇਣਾ ਚਾਹੀਦਾ ਸੀ। ਟਰਾਂਸਪੋਰਟ ਦਾ ਵੱਧ ਪ੍ਰਬੰਧ ਕਰਨਾ ਚਾਹੀਦਾ ਸੀ ਤਾਂ ਕਿ ਸਾਰੇ ਲੋਕ ਆਪਣੇ ਆਪਣੇ ਘਰਾਂ 'ਚ ਪਹੁੰਚ ਸਕਦੇ। ਇਹ ਨਾ ਕਰਕੇ ਸਰਕਾਰ ਨੇ ਇੱਕ ਵਿਪਤਾ ਖੜੀ ਕਰ ਦਿੱਤੀ ਹੈ। ਉਹਦੇ ਨਾਲ ਭੁੱਖਮਰੀ, ਲੋਕਾਂ 'ਚ ਦਹਿਸ਼ਤ ਪੈਦਾ ਹੋਈ, ਸਹਿਮ ਪੈਦਾ ਹੋਇਆ ਕਰੋਨਾ ਦੇ ਨਾਂ ਦੇ ਉੱਤੇ। ਸਰਕਾਰ ਨੇ ਕਰੋਨਾ ਮਹਾਮਾਰੀ ਬਾਰੇ ਲੋਕਾਂ ਨੂੰ ਐਜੂਕੇਟ ਨਹੀਂ ਕੀਤਾ, ਸਿੱਖਿਅਤ ਨਹੀਂ ਕੀਤਾ। ਲੋਕਾਂ ਦੇ ਅੰਦਰ ਦਹਿਸ਼ਤ ਫੈਲਾਈ ਆ, ਜਿਹੜਾ ਗੋਦੀ ਮੀਡੀਆ ਨੇ ਲਗਾਤਾਰ ਦਹਿਸ਼ਤ ਫੈਲਾਉਣ ਦਾ ਕੰਮ ਕੀਤਾ। ਉਹਦੇ ਨਾਲ ਲੋਕਾਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਦਹਿਸ਼ਤ ਫੈਲੀ। ਸਰਕਾਰ ਨੇ ਜਿਹੜਾ ਪਹਿਲਾਂ ਐਲਾਨ ਕੀਤਾ ਉਸ 'ਤੇ ਵੀ ਸਰਕਾਰ ਪੂਰੀ ਨਹੀਂ ਉਤਰੀ। ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰ ਨੇ, ਪੰਜਾਬ ਦੀ ਨੇ ਐਲਾਨ ਕੀਤਾ ਕਿ ਇੰਡਸਟਰੀਅਲਿਸਟ ਆਪਣੇ ਵਰਕਰਾਂ ਨੂੰ ਪੂਰੀ ਤਨਖਾਹ ਦੇਣਗੇ ਲਾਕਡਾਊਨ ਦੇ ਸਮੇਂ। ਅਤੇ ਨਾਲ ਹੀ ਇਹ ਐਲਾਨ ਕੀਤਾ ਕਿ ਜਿਹੜੇ ਕਿਰਾਏਦਾਰ ਨੇ ਉਹ ਜਿਹੜਾ ਕਿਰਾਇਆ ਨਹੀਂ ਪੇ ਕਰਨਗੇ ਪਰ ਮਾਲਕ ਉਹਨਾਂ ਨੂੰ ਕੱਢ ਨਹੀਂ ਸਕਣਗੇ, ਸਰਕਾਰ ਉਹਨਾਂ ਦਾ ਕਿਰਾਇਆ ਪੇ ਕਰੇਗੀ। ਅਤੇ ਦੋਨਾਂ ਗੱਲਾਂ 'ਚ ਕੇਂਦਰ ਅਤੇ ਸੂਬਾਈ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ। ਅਤੇ ਜਦੋਂ ਦੋਨੋਂ ਸਰਕਾਰਾਂ ਫੇਲ ਹੋ ਗਈਆਂ, ਰਾਸ਼ਨ ਨਹੀਂ ਦੇ ਸਕੀਆਂ ਅਤੇ ਰਾਸ਼ਨ ਨੂੰ ਕਾਰਡ ਨਾਲ ਬੰਨ੍ਹ ਦਿੱਤਾ। ਜਦੋਂ ਕਿ ਵਰਕਰਾਂ ਨੂੰ, ਮਜ਼ਦੂਰਾਂ ਦਾ ਕਾਰਡ ਤਾਂ ਹੋਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਇੰਡਸਟਰੀ ਦੇ ਵਿੱਚ ਹਾਜ਼ਰੀ ਲੱਗਦੀ ਹੈ ਉਹਨਾਂ ਦੀ, ਜਾਂ ਰੇਹੜੀ ਫੜੀ ਵਾਲੇ ਨੇ ਕਿੰਨੇ ਨੇ, ਉਹਨਾਂ ਦੇ ਵੀ ਕਾਰਪੋਰੇਸ਼ਨਾਂ ਰਾਹੀਂ, ਕਮੇਟੀਆਂ ਰਾਹੀਂ ਲਾਇਸੈਂਸ ਬਣੇ ਹੁੰਦੇ ਨੇ। ਇਹ ਸਾਰੀ ਗਿਣਤੀ ਉਹਨਾਂ ਕੋਲੇ ਹੁੰਦੀ ਹੈ ਅਤੇ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਨਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ, ਜਿਹੜੀ ਉਹ ਜ਼ਿੰਮੇਵਾਰੀ ਨਹੀਂ ਅਦਾ ਹੋਈ। ਉਸ ਕਾਰਨ ਉਹਨਾਂ 'ਚ ਦਹਿਸ਼ਤ ਪੈਦਾ ਹੋਈ। ਲੋਕਾਂ ਨੇ ਪੈਦਲ ਜਾਣਾ ਸ਼ੁਰੂ ਕੀਤਾ, ਸਾਰੇ ਦੇਸ਼ ਦੇ ਵਿੱਚੋਂ ਪੈਦਲ ਜਾਣੇ ਸ਼ੁਰੂ ਹੋਏ।
ट्रेनां थल्ले आके मर गए, एक्सीडेंटां नाल मर गए, लू नाल मर गए, लोगों का मतलब बहुत बुरा हाल होया ते लोगों के उत्ते डांगां वरियां। बठिंडे च जिहड़ा हरियाणे दे विच जमुना नगर दे विच पैदल जा रहे लोगों नाल जिहड़ा दुर्व्यवहार कीता सरकार ने, बहुत ही निंदाजनक है। हाँ, ये ठीक है कि जिहड़ा मानते हो ਜਿਹੜੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਜਿਹੜਾ ਇਹਨਾਂ ਨੇ ਬੀੜਾ ਚੁੱਕਿਆ, ਬਾਅਦ ਦੇ ਵਿੱਚ ਉਹਦੇ ਵਾਸਤੇ ਵਿਸ਼ੇਸ਼ ਬਜਟ ਰੱਖਿਆ ਗਿਆ, ਟ੍ਰੇਨਾਂ ਚਲਾਈਆਂ ਗਈਆਂ, ਇਹ ਕੀ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ? देखो मैं कहना चाहुंदा, मैं पार्टी की ये समझ आ जे ये कदम सरकार लॉकडाउन तो पहला करती तो ये समस्या ही पैदा नहीं सी होनी, ना लंगर की समस्या पैदा होनी सी, ना भुखमरी की, ना हफड़ा दफड़ी होनी सी। ये सारिया गल्लां तो देश बच सकता सी। हुण जिहड़ा तीजा लॉकडाउन लागू करके 4 मई तो इन्होंने शुरू किया, ਉਹਦੇ ਨਾਲ ਲੋਕਾਂ ਦੇ ਵਿੱਚ ਹਫੜਾ ਦਫੜੀ ਵੀ ਫੈਲੀ ਆ, ਟ੍ਰੇਨਾਂ ਪੂਰੀਆਂ ਨਹੀਂ ਮਿਲ ਰਹੀਆਂ, ਟ੍ਰੇਨਾਂ ਦੀ ਗਿਣਤੀ ਘੱਟ ਆ, ਕਿਉਂਕਿ ਦੇਸ਼ ਵਿੱਚ ਪ੍ਰਵਾਸੀਆਂ ਦੀ ਗਿਣਤੀ 13 ਕਰੋੜ ਦੇ ਕਰੀਬ ਹੈ ਤੇ 13 ਕਰੋੜ ਲੋਕਾਂ ਨੂੰ ਢੋਆ ਢਵਾਈ ਲਈ ਉਨੀਆਂ ਟ੍ਰੇਨਾਂ ਕਿਉਂ ਨਹੀਂ ਪ੍ਰੋਵਾਈਡ ਕਰ ਰਹੀ ਕੇਂਦਰ ਸਰਕਾਰ? ਸਵਾਈ ਸਰਕਾਰ ਡਿਮਾਂਡ ਕਰੇ, ਕੇਂਦਰ ਸਰਕਾਰ ਤਾਂ ਬਿਨਾਂ ਡਿਮਾਂਡ ਤੋਂ ਦੇਣੀਆਂ ਚਾਹੀਦੀਆਂ ਨੇ, ਤੇ ਬਿਨਾਂ ਟ੍ਰੇਨਾਂ ਤੋਂ ਜਿਹੜੇ ਟਰਾਂਸਪੋਰਟ ਦੇ ਹੋਰ ਸਾਧਨ ਨੇ, ਬੱਸਾਂ ਨੇ, ਹੋਰ ਮਤਲਬ ਸਾਧਨਾਂ ਦੇ ਰਾਹੀਂ ਵੀ ਇਸ ਸਾਰੀ ਪਬਲਿਕ ਜਿਹੜੀ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਘਰ ਜਾਣ ਲਈ ਇੱਕ ਵਧੀਆ ਮਾਹੌਲ ਦੇ ਕੇ ਉਹਨਾਂ ਦੇ ਰਾਸ਼ਨ ਪਾਣੀ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ, ਤਾਂ ਕਿ ਉਹਨਾਂ 'ਚ ਭਰੋਸਾ ਪੈਦਾ ਹੋਵੇ। ਭਰੋਸਾ ਪੈਦਾ ਹੋਣ ਤੋਂ ਬਾਅਦ ਉਹ ਲੋਕ ਮੁੜ ਆਪਣੇ ਕੰਮ ਦੇ ਉੱਤੇ ਆ ਸਕਣ। ਜਿਹੜੇ ਲੋਕ ਹੁਣ ਇਸ ਤਰ੍ਹਾਂ ਜਾਣਗੇ, ਖੱਜਲ ਖੁਆਰ ਹੋ ਕੇ ਜਾਣਗੇ, ਉਹਨਾਂ ਦੀ ਵਾਪਸੀ ਕਾਫੀ ਮੁਸ਼ਕਿਲ ਹੋ ਜਾਏਗੀ ਔਰ ਕਾਫੀ ਸਮਾਂ ਸੋਚਣ ਵਿਚਾਰਨ ਤੋਂ ਬਾਅਦ ਆਉਣਗੇ। ਕੀ ਤੁਸੀਂ ਜਿਹੜੇ ਇਸ ਟੋਟਲ ਦੇ ਜਿਹੜੇ ਪ੍ਰਵਾਸੀ ਸੀ, ਜਿਹੜੇ ਰਸਤਿਆਂ 'ਚ ਜਾਂਦੇ ਹੋਏ ਬਹੁਤ ਸਾਰੇ ਐਕਸੀਡੈਂਟਾਂ ਨਾਲ ਮਾਰੇ ਗਏ ਹੈ, ਬਹੁਤ ਸਾਰੇ ਤੁਸੀਂ ਆਪ ਦੱਸਿਆ ਕਿ ਲੂ ਨਾਲ ਮਾਰੇ ਗਏ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਰਸਤੇ ਵਾਪਰੀਆਂ, ਘਟਨਾਵਾਂ ਵਾਪਰੀਆਂ ਨੇ ਕਿ ਰਸਤੇ ਦੇ ਵਿੱਚ ਬਹੁਤ ਸਾਰੇ ਜਿਹੜੇ ਹਲਾਕ ਹੋ ਗਏ, ਮੌਤ। ਦੇਖੋ, ਜਿਹੜੇ ਲੋਕ ਇਸ ਤਰ੍ਹਾਂ ਮਾਰੇ ਗਏ ਆ ਉਹਨਾਂ ਨੂੰ ਘੱਟੋ ਘੱਟ 10-10 ਲੱਖ ਰੁਪਈਆ ਦੇਣਾ ਚਾਹੀਦਾ ਤੇ ਉਹਨਾਂ ਦੇ ਮੈਂਬਰਾਂ ਨੂੰ ਇੱਕ ਨੂੰ ਨੌਕਰੀ ਦਾ ਵੀ ਪ੍ਰਬੰਧ ਕਰਨਾ ਚਾਹੀਦਾ। ਇਹ ਸਰਕਾਰ ਦੀ ਡਿਊਟੀ ਬਣਦੀ ਆ। ਅਸਲ 'ਚ ਸਰਕਾਰ ਦੀ ਅਣਗਹਿਲੀ ਕਾਰਨ ਇਹ ਸਾਰਾ ਕੁਝ ਵਾਪਰਿਆ ਹੈਗਾ ਭਾਣਾ ਉਹਨਾਂ ਨਾਲ। ਔਰ ਜਿਹੜੇ ਮਜ਼ਦੂਰ ਇਸ ਤਰ੍ਹਾਂ ਲੋਕਡਾਊਨ ਦੇ ਨਾਲ ਬੇਰੁਜ਼ਗਾਰ ਹੋਏ ਨੇ, ਸਾਡੀ ਇਹ ਮੰਗ ਹੈ ਵੀ ਹਰ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ ਜਿਨ੍ਹਾਂ ਦਾ ਕੰਮ ਛੁੱਟਿਆ, ਜਿਹੜੇ ਬੇਰੁਜ਼ਗਾਰ ਹੋਏ ਨੇ, ਜਿਹੜੇ ਇਨਕਮ ਟੈਕਸ ਪੇ ਨਹੀਂ ਕਰਦੇ, ਉਹਨਾਂ ਦੇ ਖਾਤਿਆਂ 'ਚ 7500 ਰੁਪਈਆ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਪੈਣਾ ਚਾਹੀਦਾ, ਜਿੰਨਾ ਚਿਰ ਇਹ ਲੋਕਡਾਊਨ ਚੱਲਦਾ। ਇਹਦਾ ਸਮਾਧਾਨ ਸਰਕਾਰ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ। ਸਰਕਾਰ ਇਸ ਪਾਸੇ ਨੂੰ ਧਿਆਨ ਨਹੀਂ ਕਰ ਰਹੀ, ਜਦੋਂ ਕਿ ਸਰਕਾਰ ਆਪਣੇ ਜਿਹੜੇ ਕਾਰਪੋਰੇਟ ਘਰਾਣੇ, ਜਿਹੜੇ ਉਹਨਾਂ ਦੇ ਮਿੱਤਰ ਨੇ, ਉਹਨਾਂ ਵਾਸਤੇ ਛੋਟਾਂ ਦੇ ਰਹੀ ਹੈ। ਉਹ ਛੋਟਾਂ ਦੇ ਵਿੱਚ ਅਪ੍ਰੈਲ ਮਹੀਨੇ 'ਚ, ਮਾਰਚ ਤੋਂ ਲੋਕਡਾਊਨ ਚੱਲ ਰਿਹਾ, ਅਪ੍ਰੈਲ ਮਹੀਨੇ 'ਚ 50 ਉਹਨਾਂ ਲਟੇਰਿਆਂ ਦਾ, ਜਿਹੜੇ ਬੈਂਕਾਂ ਨੂੰ ਲੁੱਟ ਕੇ ਭੱਜ ਗਏ, ਪਬਲਿਕ ਸੈਕਟਰ ਦੀਆਂ ਬੈਂਕਾਂ ਨੂੰ, ਜਿਹੜੀਆਂ ਸਰਕਾਰੀ ਬੈਂਕਾਂ ਸੀ, ਉਹ 'ਚ ਪਬਲਿਕ ਦਾ ਪੈਸਾ ਹੈ, ਜਿਹੜਾ 68,607 ਕਰੋੜ ਰੁਪਈਆ ਉਹ 50 ਲਟੇਰਿਆਂ ਨੇ ਲੁੱਟਿਆ ਤੇ ਜਿਹੜੇ ਸਾਰੇ ਭੱਜ ਗਏ, ਫੜਿਆ ਉਹਨਾਂ 'ਚੋਂ ਕੋਈ ਨਹੀਂ ਗਿਆ, ਵਿਦੇਸ਼ਾਂ ਚਲੇ ਗਏ। ਤਾਂ ਉਹਨਾਂ ਦਾ ਸਾਰਿਆਂ ਦਾ ਮੋਦੀ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕਹਿ ਕੇ ਵੱਟੇ ਖਾਤੇ ਪਾ ਦਿੱਤਾ, ਜਾਣੀ ਉਹ ਰਾਈਟ ਆਫ ਕਰ ਦਿੱਤਾ। ਉਹ ਰਾਈਟ ਆਫ ਕਰਨ ਦਾ ਮਤਲਬ ਇਹ ਆ ਵੀ ਸਰਕਾਰ ਨੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਤੇ ਮਜ਼ਦੂਰਾਂ ਲਈ, ਕਿਸਾਨਾਂ ਲਈ, ਕਿਰਤੀ ਵਰਗ ਲਈ ਇੱਕ ਪੈਸਾ ਵੀ ਨਹੀਂ ਸਰਕਾਰ ਦੇਣ ਲਈ ਤਿਆਰ। ਜਦੋਂ ਕਿ ਦੇਸ਼ ਦੀ ਤਰੱਕੀ ਲਈ, GDP ਲਈ ਸਭ ਤੋਂ ਵੱਧ ਯੋਗਦਾਨ ਜੇ ਕੋਈ ਪਾਉਂਦਾ ਤਾਂ ਉਹ ਮਜ਼ਦੂਰ ਪਾਉਂਦਾ, ਕਿਸਾਨ ਪਾਉਂਦਾ, ਕਿਰਤੀ ਵਰਗ ਪਾਉਂਦਾ, ਤੇ ਉਹਨਾਂ ਵਾਸਤੇ ਸਰਕਾਰ ਇੱਕ ਨਿੱਕਾ ਪੈਸਾ ਦੇਣ ਲਈ ਤਿਆਰ ਨਹੀਂ। ਇੱਥੇ ਹੀ ਬਸ ਨਹੀਂ, ਇਹ ਸਰਕਾਰ ਨੇ, ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾਦਾਰ ਸਰਕਾਰ ਹੈ, ਕਾਰਪੋਰੇਟ ਘਰਾਣਿਆਂ ਤੋਂ ਕਿਉਂਕਿ ਪੈਸਾ ਲੈਂਦੇ ਨੇ। ਚੋਣਾਂ ਦੇ ਵਿੱਚ ਇਕੱਲੀ BJP ਨੂੰ 11 ਅਰਬ ਰੁਪਏ ਤੋਂ ਵੱਧ ਫੰਡ ਮਿਲਿਆ, ਚੋਣ ਫੰਡ, ਤੇ ਉਹ 11 ਅਰਬ ਦਾ ਜਿਹੜਾ ਚੋਣ ਫੰਡ ਮਿਲਿਆ, ਉਹਦੇ ਅਵਜਾਨੇ ਵਜੋਂ ਕਾਰਪੋਰੇਟ ਘਰਾਣਿਆਂ ਨੂੰ, ਇਹਨਾਂ ਲਟੇਰਿਆਂ ਨੂੰ ਫਾਇਦਾ ਦੇ ਰਹੀ ਆ ਸਰਕਾਰ। ਉਹਦਾ 1,76,000 ਕਰੋੜ ਰੁਪਈਆ 4 ਮਹੀਨੇ ਪਹਿਲਾਂ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਰਿਜ਼ਰਵ ਮਨੀ ਲਿਆ, ਇਹ ਕਹਿ ਕੇ ਲਿਆ ਵੀ ਆਰਥਿਕ ਤੰਗੀ ਆ, ਮੰਦਵਾੜਾ ਹੈ, ਇਸ ਮੰਦਵਾੜੇ 'ਚੋਂ ਉੱਭਰਨ ਵਾਸਤੇ ਮਾਰਕੀਟ ਦੇ ਵਿੱਚ ਪੈਸੇ ਦੀ ਸਰਕੂਲੇਸ਼ਨ ਕਰਨ ਵਾਸਤੇ ਪੈਸੇ ਦੀ ਜ਼ਰੂਰਤ ਹੈ।
ਸਾਡੀ ਪਾਰਟੀ ਨੇ ਉਸ ਵੇਲੇ ਵੀ ਇਸ ਦੀ ਵਿਰੋਧਤਾ ਕੀਤੀ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਇੱਕ ਸੰਵਿਧਾਨਕ ਸੰਸਥਾ ਹੈ। ਸੰਵਿਧਾਨਕ ਸੰਸਥਾ 'ਚ ਜਿਹੜੀ ਦਖਲਅੰਦਾਜ਼ੀ ਸਰਕਾਰ ਦੀ ਗੈਰ ਵਿਧਾਨਕ ਹੈ। ਇਹ ਪੈਸਾ ਜਿਹੜਾ ਬਹੁਤ ਹੀ ਸੰਕਟਮਈ ਸਮੇਂ 'ਤੇ ਵਰਤਣ ਦੀ ਜ਼ਰੂਰਤ ਹੁੰਦੀ ਆ, ਅਤੇ ਉਹ ਪੈਸਾ ਹੁਣ ਕਰੋਨਾ ਮਹਾਮਾਰੀ ਦੇ ਦੌਰਾਨ ਵਰਤਿਆ ਜਾ ਸਕਦਾ ਸੀ, ਪਰ ਉਹ ਪੈਸੇ ਦੀ ਵਰਤੋਂ ਮੰਦਵਾੜੇ 'ਚੋਂ ਉੱਭਰਨ ਵਾਸਤੇ ਨਹੀਂ ਕੀਤੀ। ਮੋਦੀ ਸਰਕਾਰ ਨੇ ਉਹ ਪੈਸੇ ਦੀ ਵਰਤੋਂ 1,45,000 ਕਰੋੜ ਰੁਪਈਆ ਅਵਾਨੀਆਂ ਅਦਾਨੀਆਂ ਦਾ, ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਤੌਰ 'ਤੇ ਟੈਕਸ ਮਾਫ ਕਰ ਦਿੱਤਾ। ਅਤੇ ਇਸ ਤੋਂ ਵੱਡਾ ਗੁਨਾਹ ਸਰਕਾਰ ਕੀ ਕਰ ਸਕਦੀ? ਅਤੇ ਅੱਜ ਵੀ ਸਰਕਾਰ 'ਚ ਪਾਰਦਰਸ਼ਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪ੍ਰਧਾਨ ਮੰਤਰੀ ਰਾਹਤ ਕੋਸ਼ ਆ ਜਿਹੜਾ, ਉਹ 1948 ਤੋਂ ਐਗਜ਼ਿਸਟ ਕਰਦਾ। ਪ੍ਰਧਾਨ ਮੰਤਰੀ ਜਿਹੜਾ ਮਰਜ਼ੀ ਹੋਵੇ, ਉਹ 1948 ਤੋਂ ਚੱਲ ਰਿਹਾ। ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ ਪੈਸਾ ਕਿਉਂ ਨਹੀਂ ਪਵਾਇਆ ਗਿਆ? ਤੇ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਇੱਕ ਨਵਾਂ ਜਿਹੜਾ ਅਕਾਊਂਟ ਆ ਕਿਉਂ ਖੁਲਵਾਇਆ ਗਿਆ? ਇਹ ਸ਼ੱਕ ਦੇ ਘੇਰੇ ਵਿੱਚ ਆ, ਜਿਹੜੇ 'ਚ ਆਪਣਾ ਇੱਕ ਨਵਾਂ ਟਰਸਟ ਬਿਲਡ ਕਰ ਲਿਆ, ਜਿਹੜਾ ਕਿ ਬਿਲਡ ਨਹੀਂ ਸੀ ਕਰਨਾ ਚਾਹੀਦਾ। ਵਾਸਤੇ ਜਿਹੜਾ ਇਹ ਰਿਲੀਫ ਫੰਡ ਉਹਨੇ ਸਪੈਸ਼ਲ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਇਆ, ਇਹਦੇ ਵਿਰੁੱਧ ਇਹਦੀ ਕੋਈ ਹਿਸਾਬ ਕਿਤਾਬ ਕੋਈ ਮੰਗ ਉੱਠ ਰਹੀ ਹੈ ਵੀ ਇਹਨੂੰ ਦੇਣਾ ਚਾਹੀਦਾ? ਇਹਦਾ ਸਭ ਤੋਂ ਪਹਿਲਾਂ ਸਾਡੀ ਪਾਰਟੀ ਨੇ ਵਿਰੋਧ ਕੀਤਾ ਵੀ ਇਹਦੇ ਹਿਸਾਬ ਕਿਤਾਬ 'ਤੇ ਸਵਾਲ ਨੇ, ਇਹਨੂੰ ਆਡਿਟ ਕੌਣ ਕਰੇਗਾ? ਪ੍ਰਧਾਨ ਮੰਤਰੀ ਕੇਅਰ ਫੰਡ ਜਿਹੜਾ ਬਣਾਉਣਾ ਉਹ ਗੈਰ ਵਿਧਾਨਕ ਆ, ਨਹੀਂ ਸੀ ਬਣਾਉਣਾ ਚਾਹੀਦਾ, ਜਦੋਂ ਕਿ ਪਹਿਲਾਂ ਹੀ ਆਲਰੇਡੀ 1948 ਤੋਂ ਪ੍ਰਧਾਨ ਮੰਤਰੀ ਰਾਹਤ ਕੋਸ਼ ਚੱਲ ਰਿਹਾ, ਜਿਹਦਾ ਬਕਾਇਦਾ ਤੌਰ 'ਤੇ ਆਡਿਟ ਹੋਣਾ, ਜਿਹੜਾ ਬਕਾਇਦਾ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣਾ। ਅਤੇ ਪ੍ਰਧਾਨ ਮੰਤਰੀ ਕੇਅਰ ਫੰਡ ਆ ਜਿਹੜਾ ਟਰਸਟ ਬਣਾ ਕੇ ਕੀਤਾ ਜਾ ਰਿਹਾ, ਇਹਦੀ ਦੁਰਵਰਤੋਂ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਨੇ। ਇਹ 'ਚ ਹੁਣ ਤੱਕ ਕੋਈ ਵੀ ਇਹ ਆਇਆ ਕਿ ਹੁਣ ਤੱਕ ਉੱਤੇ ਕਿੰਨਾ ਪੈਸਾ ਉਹ 'ਚ ਆ ਚੁੱਕਿਆ, ਕੋਈ ਪਤਾ ਲੱਗਿਆ? ਉਹ ਸਰਕਾਰ ਦੱਸ ਹੀ ਕਿਸੇ ਨੂੰ ਕੁਛ ਨਹੀਂ ਰਹੀ ਹੈ। ਜੇ ਸਰਕਾਰ ਦੱਸੇ ਤਾਂ ਹੀ ਪਤਾ ਲੱਗੇਗਾ, ਅਤੇ ਉਹਦੀ ਪੂਰੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਸਰਕਾਰ ਤਾਂ ਸਗੋਂ ਲੋਕਾਂ ਨੂੰ ਜਾਣਕਾਰੀ ਲੈਣ ਦਾ ਜਿਹੜਾ ਅਧਿਕਾਰ, ਅਸੀਂ ਸਾਡੀ ਪਾਰਟੀ ਦੇ ਦਬਾਅ ਨਾਲ RTI ਐਕਟ ਬਣਿਆ, ਸਗੋਂ ਉਸ ਨੂੰ ਕੱਟ ਲਾ ਰਹੀ ਹੈ। ਮਨਰੇਗਾ ਵਰਗੇ ਕਾਨੂੰਨ ਨੂੰ ਜਿਹੜਾ ਉਹ ਕੱਟ ਲਾਉਣ ਦੇ ਯਤਨ ਕੀਤੇ ਜਾ ਰਹੇ ਨੇ। ਜਾਣੀ ਜੋ ਕਾਨੂੰਨ ਲੋਕਾਂ ਦੇ ਹਿੱਤ ਵਿੱਚ ਅਸੀਂ ਮਤਲਬ ਬਣਵਾਏ ਪਹਿਲੀ UPA ਸਰਕਾਰ ਵੇਲੇ, ਰੱਦ ਕਰਾਉਣ ਦੀ ਉਹਨਾਂ ਨੂੰ ਮਤਲਬ ਖਤਮ ਕਰਨ ਦੇ ਵਾਲੇ ਪਾਸੇ ਜਾ ਰਹੀ ਹੈ ਸਰਕਾਰ। ਸਗੋਂ ਇਸ ਮਹਾਮਾਰੀ ਰਿਲੀਫ ਫੰਡ ਹੈ ਜਿਹੜਾ, ਉਹ 'ਚ ਅਜੇ ਤੱਕ ਇਹਨਾਂ ਨੇ ਕੋਈ ਜਾਰੀ ਕੀਤਾ ਵੀ ਹੈ ਕਿਸੇ ਨੂੰ ਕੁਛ ਕਿ ਨਹੀਂ? ਦੇਖੋ ਅਜੇ ਤੱਕ ਕੋਈ ਫਿਗਰ ਸਾਹਮਣੇ ਨਹੀਂ ਆਈ, ਬੰਦ ਹੈ ਜੀ ਉਹ ਮਤਲਬ ਕੋਈ ਫਿਗਰ ਸਾਹਮਣੇ ਨਹੀਂ ਆਈ। ਅਤੇ ਜਿਹੜਾ 20 ਲੱਖ ਕਰੋੜ ਦਾ ਵੀ ਐਲਾਨ ਕੀਤਾ, ਉਹ ਸਿਰਫ ਮਤਲਬ ਕਾਗਜ਼ਾਂ ਦੀ ਖੇਡ ਆ, ਸਲਾਵਾ ਹੈ ਦੇਸ਼ ਦੇ ਲੋਕਾਂ ਨਾਲ। ਅੱਜ ਤੱਕ ਮਤਲਬ ਜਿਹੜੀਆਂ ਪਹਿਲਾਂ ਹੀ ਮੱਦਾਂ ਬਜਟ ਵਿੱਚ ਸਟੈਂਡ ਕਰਦੀਆਂ, ਜਿਹੜੀਆਂ ਪਹਿਲਾਂ ਲੰਮੇ ਸਮੇਂ ਤੋਂ ਸਕੀਮਾਂ ਚੱਲ ਰਹੀਆਂ, ਉਹਨਾਂ ਲਈ ਪੈਸੇ ਦਿੱਤੇ ਜਾਂਦੇ ਆ, ਤਾਂ ਉਹਨਾਂ ਸਾਰੇ ਪੈਸਿਆਂ ਨੂੰ ਕਲੱਬ ਕਰਕੇ ਅਨਾਊਂਸ ਕਰ ਦਿੱਤਾ। ਅਸਲ ਵਿੱਚ ਕਿਸੇ ਨੂੰ ਡਾਇਰੈਕਟ ਤੌਰ 'ਤੇ ਕੋਈ ਰਾਹਤ ਨਹੀਂ ਉਹਦੇ ਵਿੱਚੋਂ, ਸਿਰਫ ਲੋਨ ਪ੍ਰੋਵਾਈਡ ਕਰਾਉਣਾ ਤੁਸੀਂ ਬੈਂਕਿੰਗ ਸੈਕਟਰ ਰਾਹੀਂ। ਉਹ 'ਚ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਲਈ, ਰੇਹੜੀ ਫੜੀ ਵਾਲਿਆਂ ਲਈ, ਜਿਹੜੇ ਥੱਲੇ ਵਾਲੇ ਦਰੜੇ ਲੋਕ ਆ, ਉਹਨਾਂ ਵਾਸਤੇ ਇੱਕ ਨਿੱਕੇ ਪੈਸੇ ਦੀ ਇਹ 'ਚ ਰਾਹਤ ਨਹੀਂ ਹੈ। ਉਹ ਰਾਹਤ ਵੀ ਅਲਟੀਮੇਟਲੀ ਆਪਣੇ ਮਿੱਤਰਾਂ ਨੂੰ ਵੱਡੇ ਜਿਹੜੇ ਲੋਨ ਦਵਾ ਕੇ ਉਹਨਾਂ ਨੂੰ ਹੀ ਰਾਹਤ ਦੇਣ ਦਾ ਪ੍ਰਬੰਧ ਕੀਤਾ ਗਿਆ। ਸਰਕਾਰ ਨੇ ਇਸ ਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ। ਕਿਉਂਕਿ ਜਿਹੜਾ ਲੋਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਉਹ ਤਾਂ ਆਲਰੇਡੀ ਪਹਿਲਾਂ ਸਕੀਮਾਂ ਹੈ, ਜਿਹੜਾ ਪਤਾ ਲੱਗ ਰਿਹਾ ਬੈਂਕਾਂ ਤੋਂ ਕਿ ਉਹ ਤਾਂ ਆਲਰੇਡੀ ਪਹਿਲਾਂ ਚੱਲ ਰਹੀਆਂ ਉਹ ਸਾਰੀਆਂ। ਕੋਈ ਨਵੀਂ ਸਕੀਮ ਹੈ ਨਾ ਜਿਹੜੀ ਕਿ ਵਿਸ਼ੇਸ਼ ਤੌਰ 'ਤੇ ਕੋਵਿਡ-19 ਨਾਲ ਸੰਬੰਧ ਰੱਖਦੀ? ਬਿਲਕੁਲ ਕੋਈ ਨਵੀਂ ਸਕੀਮ ਨਹੀਂ, ਸਿਰਫ ਪੁਰਾਣੀਆਂ ਸਕੀਮਾਂ ਨੂੰ ਇਕੱਠਿਆਂ ਕਰਕੇ ਇਹਨਾਂ ਨੇ ਉਹ ਕੀਤਾ। ਉਹ ਲੋਕਾਂ ਨਾਲ ਅਸਲ 'ਚ ਫਰਾਡ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਮਤਲਬ ਇੱਦਾਂ ਹੀ ਮਤਲਬ ਬਿਆਨਬਾਜ਼ੀ ਨਾਲ, ਲੱਛੇਦਾਰੀ ਭਾਸ਼ਣਬਾਜ਼ੀ ਨਾਲ ਨਹੀਂ ਲੋਕਾਂ ਦਾ ਸਰੇਗਾ। ਹਕੀਕੀ ਰੂਪ ਵਿੱਚ ਲੋਕਾਂ ਦਾ ਕੁਛ ਕਰਨਾ ਪਏਗਾ। ਜਿਹੜੀ ਸਰਕਾਰ ਅੱਜ ਵੀ ਇਸ ਮਹਾਮਾਰੀ ਦੇ ਦੌਰਾਨ ਵੀ ਨਾ ਇਲਾਜ ਵਾਸਤੇ ਕੋਈ ਪ੍ਰਬੰਧ ਕਰ ਰਹੀ ਹੈ, ਨਾ ਟੈਸਟਿੰਗ ਦੀ ਕੋਈ ਸਪੀਡ ਵਧਾ ਰਹੀ ਹੈ, ਅਤੇ ਨਾ ਹੀ ਮਤਲਬ ਜਿਹੜੇ ਇਕੁਇਪਮੈਂਟ ਨੇ, ਉਹ ਮਸ਼ੀਨਰੀ ਆ, ਉਹ ਵੈਂਟੀਲੇਟਰ ਵਗੈਰਾ ਨੇ, PP ਕਿੱਟਾਂ ਵਗੈਰਾ ਨੇ, ਉਹਨਾਂ ਦਾ ਪ੍ਰਬੰਧ ਤਾਂ ਕਰ ਨਹੀਂ ਰਹੀ ਸਰਕਾਰ, ਨਾ ਉਹਦੀ ਤਿਆਰੀ ਕੀਤੀ ਹੈ। ਇਸ ਵਾਸਤੇ ਸਰਕਾਰ ਦਾ ਧਿਆਨ ਇਸ ਪਾਸੇ ਨਹੀਂ। ਇਸ ਮਹਾਮਾਰੀ ਵਿੱਚ ਵੀ ਸਿਰਫ 1% ਜਿਹੜੇ ਪੂੰਜੀਪਤੀ ਨੇ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੀ ਸਰਕਾਰ ਦਾ ਹੁਣ ਧਿਆਨ। ਅਤੇ ਹੁਣ ਵੀ ਇਸ ਨਾਂ ਦੇ ਉੱਤੇ ਜੀ ਸਾਡਾ ਆਰਥਿਕਤਾ ਤਬਾਹ ਹੋ ਜਾਣੀ ਆ, ਇੰਡਸਟਰੀ ਤਬਾਹ ਹੋ ਜਾਣੀ ਆ। ਮਜ਼ਦੂਰਾਂ ਦੇ ਉੱਤੇ ਇਹ ਥੋਪਿਆ ਜਾ ਰਿਹਾ ਵੀ ਮਜ਼ਦੂਰਾਂ ਦੇ ਜਿਹੜੇ ਲੜਕੇ ਕਾਨੂੰਨ ਅਸੀਂ ਅੰਗਰੇਜ਼ਾਂ ਦੇ ਸਮੇਂ ਤੋਂ ਬਣਵਾਏ ਹੋਏ ਨੇ, ਉਹਨਾਂ ਕਾਨੂੰਨਾਂ ਦੀ ਸਮਾਪਤੀ ਦੇ ਐਲਾਨ ਕੀਤੇ ਜਾ ਰਹੇ ਨੇ। 8 ਘੰਟੇ ਦੇ ਬਜਾਏ 12 ਘੰਟੇ ਡਿਊਟੀ, ਅਤੇ ਤਨਖਾਹਾਂ 'ਚ ਕੋਈ ਵਾਧਾ ਨਹੀਂ ਹੈ। ਜਿੰਨਾ ਮੁਲਾਜ਼ਮਾਂ ਦਾ DA TA ਸਾਰਾ ਜਾਮ ਕਰ ਦਿੱਤਾ ਹੈ। ਇਸ ਕਰਕੇ ਸਰਕਾਰ ਨੇ ਜਿਹੜੇ ਫੈਸਲੇ ਲਏ ਨੇ,
ਅੱਜ ਵੀ ਉਹ 1% ਪੂੰਜੀਪਤੀਆਂ ਦੇ ਹੱਕ 'ਚ ਹੀ ਫੈਸਲੇ ਕੀਤੇ ਆ, ਆਮ 99% ਲੋਕਾਂ ਦੇ ਵਿਰੋਧ 'ਚ ਫੈਸਲੇ ਆ, ਔਰ ਜਮਹੂਰੀਅਤ ਦਾ ਕਤਲ ਕੀਤਾ ਗਿਆ ਇਸ ਸਮੇਂ ਦੇ ਦੌਰਾਨ। ਹੁਣ ਆਪਾਂ ਆਈਏ ਪੰਜਾਬ ਵੱਲ, ਜਿਹੜਾ ਕਿ ਸਭ ਤੋਂ ਵੱਡੇ ਪਿਛਲੇ ਦਿਨਾਂ ਤੋਂ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, ਵਿਸ਼ੇਸ਼ ਤੌਰ 'ਤੇ ਮੁੱਖ ਸਕੱਤਰ ਵਾਲਾ ਵਿਸ਼ਾ ਸੀ, ਅਤੇ ਬੜਾ ਉਹਦਾ ਡਰਾਮਾਈ ਨਾਟਕੀ ਢੰਗ ਨਾਲ ਕੱਲ੍ਹ ਜਿਹੜਾ ਉਹ ਡਰੋਪ ਆਊਟ ਸੀਨ ਹੋਇਆ ਕਿ ਵੀ ਉਹਨਾਂ ਨੇ ਜੀ ਮਾफ़ੀ ਮੰਗ ਲਈ, ਜਦੋਂ ਕਿ ਉਹ ਪਹਿਲਾਂ ਇੰਨਾ ਘੜੇ ਹੋਏ ਸੀ ਮੰਤਰੀ ਸਾਹਿਬ ਬਣ ਕੇ, ਜਿੰਨੀ ਦੇਰ ਉਹਨਾਂ ਨੂੰ ਨਹੀਂ ਕੱਢਿਆ ਜਾਂਦਾ ਉਹਨਾਂ ਨੂੰ ਨਹੀਂ ਤਰ੍ਹਾਂ। ਇਹਦੇ ਪਿੱਛੇ ਤੁਸੀਂ ਕੀ ਮਹਿਸੂਸ ਕਰਦੇ? ਦੇਖੋ, ਇਹਦੇ ਵਿੱਚ ਇਹਨਾਂ ਸਾਰਿਆਂ ਦੇ ਆਪਣੇ ਸਵਾਰਥੀ ਹਿੱਤ ਜੁੜੇ ਹੋਏ ਨੇ। ਸਵਾਰਥੀ ਹਿੱਤਾਂ ਦੀ ਇਹ ਲੜਾਈ ਸੀ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਸਾਰੀ ਸਥਿਤੀ, ਬੀਇੰਗ ਏ ਚੀਫ ਮਿਨਿਸਟਰ, ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦੇ ਵਿੱਚ ਕਿਹੜੇ ਲੋਕਾਂ ਦੇ ਸਵਾਰਥੀ ਹਿੱਤ ਆ, ਉਹਨਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਿਆ ਖੁਦ ਚੀਫ ਮਿਨਿਸਟਰ ਨੂੰ ਪਹਿਲ ਕਦਮੀ ਕਰਕੇ ਹੀ ਕਰਨਾ ਚਾਹੀਦਾ। ਨਹੀਂ, ਹੁਣ ਮਿਨਿਸਟਰਾਂ ਨੇ ਤਾਂ ਚੁੱਪ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਮਾफ़ੀ ਮੰਗ ਲਈ, ਜਦੋਂ ਕਿ ਸਾਰਾ ਦੋਸ਼ ਐਕਸਾਈਜ਼ ਉੱਡਦਾ ਉਹਨਾਂ 'ਤੇ, ਉਸ ਨਿਯਮਾਂ ਦਾ ਉਹਨਾਂ 'ਤੇ ਲੱਗ ਰਿਹਾ ਸੀ, ਅਤੇ ਉਹ ਕੱਲ੍ਹ ਉਸ ਦੀ ਕੋਈ ਵਿੱਚ ਵਿਸ਼ਾ ਹੀ ਨਹੀਂ, ਉਹ ਛੇੜੇ ਨਹੀਂ ਗਿਆ। ਅਸਲ ਵਿੱਚ ਸਿਰਫ ਆਪਣੇ ਆਪ ਨੂੰ ਹੋਰ ਰੈਤਾਂ ਲੈਣ ਵਾਸਤੇ ਡਰਾਮਾ ਕੀਤਾ ਮਿਨਿਸਟਰਾਂ ਨੇ, ਹੋਰ ਕੁਝ ਇਸ ਤੋਂ ਵੱਧ ਕੁਝ ਨਹੀਂ ਸੀ। ਅਤੇ ਇਹ ਇਸ ਵਾਸਤੇ ਜਦੋਂ ਕਿ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਮਸਲਾ ਉਠਾਇਆ ਸੀ ਜਿਹੜਾ ਕਾਰਪੋਰੇਸ਼ਨ ਬਣਾਉਣ ਦਾ, ਇਹ ਕਿਉਂ ਨਹੀਂ ਕਰ ਰਹੇ? ਇਹਦੇ ਪਿੱਛੇ ਕੀ ਕਾਰਨ? ਉਹਦੇ ਪਿੱਛੇ ਕਾਰਨ ਇੱਕ ਹੀ ਆ ਵੀ ਜਿਹੜੇ ਇਹਨਾਂ ਦੇ ਰਾਜਨੀਤਿਕ ਸੌੜੇ ਹਿੱਤ ਆ, ਜਿਹੜੇ ਸਵਾਰਥੀ ਹਿੱਤ ਨੇ, ਉਹ ਕੰਮ ਕਰ ਰਹੇ ਨੇ। ਜੇ ਸਟੇਟ ਦਾ ਹਿੱਤ ਹੋਵੇ ਤਾਂ ਕਾਰਪੋਰੇਸ਼ਨ ਬਣਾਉਣ ਨੂੰ ਮਿੰਟ 5 ਲੱਗਦੇ ਸੀ। ਕਾਰਪੋਰੇਸ਼ਨ ਬਣਾ ਕੇ ਮਤਲਬ ਅੱਜ ਵੀ ਇਹ ਸਟੈਂਡ ਕਰਦੀ ਹੈ ਗੱਲ, ਤੇ ਇਹ 'ਚ 5-6 ਗੁਣਾ ਸਰਕਾਰ ਦੇ ਰੈਵਨਿਊ ਦੇ ਵਿੱਚ ਵਾਧਾ ਹੋ ਸਕਦਾ, ਜਿਹੜਾ ਲੋਕਾਂ ਨੂੰ ਉਹਦਾ ਬੈਨੀਫਿਟ ਦਿੱਤਾ ਜਾ ਸਕਦਾ। ਇਹ ਸਿਰਫ ਵਿਅਕਤੀਗਤ ਤੌਰ 'ਤੇ ਆਪਣੇ ਚਹੇਤਿਆਂ ਨੂੰ ਬੈਨੀਫਿਟ ਦੇਣ ਵਾਸਤੇ ਉਸ ਨੂੰ ਪ੍ਰੋਜੈਕਟ ਨੂੰ ਬੰਦ ਹੀ ਕਰ ਦਿੱਤਾ ਲਗਭਗ, ਕਿਉਂਕਿ 3 ਸਾਲ ਤਾਂ ਲੰਘ ਗਏ ਨੇ। ਜੇ ਬਾਕੀ ਸੂਬਿਆਂ 'ਚ ਇਹ ਸਫਲਤਾਪੂਰਵਕ ਚੱਲ ਸਕਦੀਆਂ ਕਾਰਪੋਰੇਸ਼ਨਾਂ, ਤਾਂ ਫਿਰ ਪੰਜਾਬ 'ਚ ਕਿਉਂ ਨਹੀਂ ਚੱਲ ਸਕਦੀਆਂ? ਜਿਹੜਾ ਵਾਅਦਾ ਵੀ ਕੀਤਾ ਸੀ ਆਪਣੇ ਚੋਣ ਵਾਅਦੇ ਨੂੰ, ਮੈਂ ਤਾਂ ਇਹ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਚੋਣ ਵਾਅਦੇ ਦੀ ਪੂਰਤੀ ਕਰਨੀ ਚਾਹੀਦੀ ਹੈ, ਅਤੇ ਨਾ ਕਿ ਵਾਅਦਾ ਨਹੀਂ ਹੁੰਦਾ। ਅਤੇ ਚੋਣ ਵਾਅਦੇ ਦੀ ਪੂਰਤੀ ਮਤਲਬ ਇਸ ਲਈ ਵੀ ਕਰਨੀ ਬਣਦੀ ਆ ਕਿਉਂਕਿ ਇਹਨੇ ਧਾਰਮਿਕ ਪੱਤਾ ਵੀ ਖੇਡਿਆ। ਜਦੋਂ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਬਠਿੰਡੇ ਰੈਲੀ ਦੇ ਵਿੱਚ ਚੋਣਾਂ ਤੋਂ ਪਹਿਲਾਂ, ਵੀ ਮੈਂ ਸਹੁੰ ਖਾ ਕੇ ਕਹਿਣਾ ਮੈਂ ਨਸ਼ਾ ਬੰਦ ਕਰ ਦੂੰ 4 ਹਫ਼ਤਿਆਂ ਦੇ ਵਿੱਚ। ਹੁਣ ਤਾਂ 3 ਸਾਲ ਹੋ ਗਏ, ਕੈਪਟਨ ਸਾਹਿਬ ਦੱਸੇ ਵੀ ਉਹ ਨਸ਼ਾ ਬੰਦ ਹੋ ਗਿਆ ਕਿ ਨਹੀਂ। ਅਤੇ ਨਹੀਂ ਤਾਂ ਜਿਹੜੀ ਸਹੁੰ ਖਾਧੀ ਸੀ ਤਾਂ ਉਹਦੇ ਪੰਜਾਬ ਦੇ ਲੋਕਾਂ ਤੋਂ ਮਾफ़ੀ ਮੰਗਣੀ ਚਾਹੀਦੀ ਹੈ ਪਬਲਿਕਲੀ, ਉੱਦਾਂ ਹੀ ਰੈਲੀ ਕਰਕੇ, ਵੀ ਮੈਂ ਉਹ ਵਾਅਦਾ ਧਾਰਮਿਕ ਗੁਟਕਾ ਫੜ ਕੇ ਜਿਹੜਾ ਮਾफ़ੀ ਮੰਗੀ ਸੀ, ਮਤਲਬ ਜਿਹੜਾ ਵਾਅਦਾ ਕੀਤਾ ਸੀ, ਮੈਂ ਉਹਦੀ ਮਾफ़ੀ ਮੰਗਦਾ, ਮੈਂ ਉਹਦੀ ਪੂਰਤੀ ਨਹੀਂ ਕਰ ਸਕਿਆ। ਅਤੇ ਕੈਪਟਨ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਵੀ ਮੈਂ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਮੇਰੀ ਲਾਸਟ ਪਾਰੀ ਹੈ, ਵੀ ਮੈਨੂੰ ਐਤਕੀ ਜਿਤਾ ਦਿਓ, ਅਤੇ ਇਸ ਤੋਂ ਬਾਅਦ ਮੈਂ ਜਿਹੜਾ ਆਪਣਾ ਸਿਆਸੀ ਜੀਵਨ ਤਿਆਗ ਕਰਨਾ, ਇਲੈਕਸ਼ਨ ਹੀ ਲੜਨੀ। ਅਤੇ ਹੁਣ ਉਹ ਕਹਿੰਦੇ ਕਿ ਮੇਰੇ ਬਗੈਰ ਚੱਲਣਾ ਨਹੀਂ, ਕਿਉਂ ਦੁਬਾਰਾ ਇਸ ਕਰਕੇ ਆਉਣਾ ਚਾਹੁੰਦੇ ਆ। ਉਹਨਾਂ ਨੇ ਪਿੱਛੇ ਅਨਾਊਂਸ ਕਰਤਾ ਕਿ ਮੈਂ ਦੁਬਾਰਾ ਅਗਲੀ ਇਲੈਕਸ਼ਨ ਦੇਖੋ, ਸਰਮਾਏਦਾਰ ਜਾਰੀ ਰੱਖਾਂਗਾ। ਲੀਡਰਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ। ਕਹਿੰਦੇ ਕੁਝ ਹੋਰ ਹੁੰਦੇ ਆ, ਕਰਦੇ ਕੁਝ ਹੋਰ ਨੇ। ਅਤੇ ਉਸੇ ਤਰ੍ਹਾਂ ਹੀ ਤੇਰੇ ਮਹਾਰਾਜੇ ਨੇ ਵੀ ਤਾਂ ਇਹੀ ਕੁਛ ਕਰਨਾ ਸੀ। ਉਹ ਨੈਚੁਰਲ ਤੌਰ 'ਤੇ ਲੋਕਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ। ਹਾਂਜੀ, ਇੱਕ ਜਿਹੜੀ ਜ਼ਿਆਦਾ ਅਕਸਰ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਲੋਕ ਨੇ ਉਹਨੂੰ ਅਜੇ ਵੀ ਮਹਾਰਾਜਾ ਅਮਰਿੰਦਰ ਸਿੰਘ ਦੇ ਨਾਂ ਨਾਲ ਬੁਲਾਉਂਦੇ ਆ। ਇਹਦੇ ਪਿੱਛੇ ਕੀ ਕਰਨਾ, ਕਿ ਉਹ ਅੱਜ ਵੀ ਲੋਕਾਂ ਉਹਨੂੰ ਮਹਾਰਾਜਾ ਦੀ ਦ੍ਰਿਸ਼ਟੀ ਨਾਲ ਦੇਖਦੇ ਆ, ਉਹਨੂੰ ਕੈਪਟਨ ਜਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਹਿੰਦੇ, ਜਾਂ ਅਮਰਿੰਦਰ ਸਿੰਘ ਉਹ ਇੱਕ ਮੁੱਖ ਮੰਤਰੀ ਅੱਜ ਸਾਡਾ, ਉਹ ਲੋਕ ਰਾਜ ਦਾ ਇੱਕ ਹਿੱਸਾ, ਨਾ ਕਿ ਉਹ ਮਹਾਰਾਜਾ। ਇਹਦੇ ਬਾਰੇ ਤੁਸੀਂ ਤੁਹਾਡਾ ਕੀ? ਦੇਖੋ, ਇੱਕ ਪਹਿਲੀ ਗੱਲ ਤਾਂ ਇਹ ਵੀ ਇਹ ਜਗੀਰੂ ਸੋਚ ਦਾ ਨਤੀਜਾ ਹੈ, ਉਹਦੇ ਵਿੱਚੋਂ ਨਿਕਲਦੀ ਹੈ। ਇਹ ਫਿਰ ਲੋਕਾਂ ਦੇ ਮਨਾਂ 'ਚੋਂ ਕਿਉਂ ਨਹੀਂ ਨਿਕਲ ਰਹੀ? ਲੋਕਾਂ ਦੇ ਮਨ 'ਚ ਇਹ ਹੈ ਵੀ ਜਿਹੜਾ ਉਹਦਾ ਇਰਦ ਗਿਰਦ ਹੈ, ਉਹ ਸਿਰਫ ਉਹਦੀ ਚਮਚੀ ਖੜਕਾਉਣ ਤੋਂ ਵੱਧ ਕੁਝ ਨਹੀਂ ਹੈ ਇਹ ਕੰਮ। ਅਸਲ 'ਚ ਜਮਹੂਰੀ ਸਿਸਟਮ ਦੇ ਅੰਦਰ ਮਹਾਰਾਜੇ ਵਾਲੀ ਗੱਲ ਨਹੀਂ ਕਹਿਣੀ ਚਾਹੀਦੀ, ਇਹ ਵੈਸੇ ਹੀ ਬਾਰਾ ਨਹੀਂ ਕਹਿੰਦੀ। ਵੈਸੇ ਤਾਂ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਸਿੰਘ ਆਪ ਮੈਚਿਓਰ ਪੋਲੀਟੀਸ਼ੀਅਨ ਆ, ਉਹਨਾਂ ਨੂੰ ਖੁਦ ਹੀ ਇਹ ਕਹਿ ਦੇਣਾ ਚਾਹੀਦਾ ਵੀ ਮਹਾਰਾਜਾ ਨਹੀਂ ਕਹਿਣਾ ਚਾਹੀਦਾ, ਅਤੇ ਮਹਾਰਾਜੇ ਤੌਰ 'ਤੇ ਨਹੀਂ ਸੰਬੋਧਨ ਕਰਨਾ ਚਾਹੀਦਾ। ਅਗਰ ਡੈਮੋਕ੍ਰੈਟਿਕ ਤੁਸੀਂ ਪ੍ਰੋਸੈਸ ਦੇ ਵਿੱਚ ਵਿਚਰ ਰਹੇ ਹੋ ਤਾਂ ਉਹਨੂੰ ਲਾਜ਼ਮੀ ਤੌਰ 'ਤੇ ਆਪ ਹੀ ਕੰਡੈਮ ਕਰ ਦੇਣਾ ਚਾਹੀਦਾ, ਅਤੇ ਉਹਨੂੰ ਐਪਰੀਸ਼ੀਏਟ ਨਹੀਂ ਕਰਨਾ ਚਾਹੀਦਾ, ਉਹਨੂੰ ਆਪ ਹੀ ਇਹਨੂੰ ਡਿਲੀਟ ਕਰ ਦੇਣਾ ਚਾਹੀਦਾ। ਹੁਣ ਮਹਾਰਾਜੇ ਵਾਲਾ ਸਿਸਟਮ ਨਹੀਂ ਹੈ। ਅਤੇ ਇਹ ਜਿਹੜਾ ਦੂਸਰਾ ਰਾਸ਼ਨ ਕਾਰਡਾਂ ਵਾਲਾ ਤੁਸੀਂ ਵਿਸ਼ੇਸ਼ ਮਸਲਾ, ਉਸ 'ਤੇ ਵੀ ਤੁਸੀਂ ਵਿਸ਼ੇਸ਼ ਤੌਰ 'ਤੇ ਕਰ ਰਹੇ ਹੋ, ਆਪਣੀ ਮੁਹਿੰਮ ਚਲਾਈ ਹੋਈ ਹੈ। ਇਹਦੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਕੁਛ ਇਹਦੇ 'ਤੇ ਕੋਈ ਕਰੂਗੀ ਕਾਰਵਾਈ, ਕੋਈ ਪੋਸੀਬਿਲਿਟੀ ਲੱਗਦੀ ਤੁਹਾਨੂੰ? ਜਾਂ ਹਾਂ, ਨੈਚੁਰਲ ਤੌਰ 'ਤੇ ਸਰਕਾਰ ਨੂੰ ਇਹ ਕਰਨਾ ਪਏਗਾ। ਅਤੇ ਜਿਹੜੀ
ਹਕੀਕੀ ਲੋਕ ਇਹਦੇ ਹੱਕਦਾਰ ਨੇ ਉਹਨਾਂ ਦੇ ਕਾਰਡ ਲਾਜ਼ਮੀ ਤੌਰ ਤੇ ਬਣਾਉਣੇ ਪੈਣਗੇ। ਅਸੀਂ ਲਗਾਤਾਰ ਇਹ 'ਤੇ ਕੰਟੀਨਿਊ ਆਪਣੀ ਮੁਹਿੰਮ ਜਾਰੀ ਰੱਖਾਂਗੇ। ਤੇ ਜਿਹੜਾ ਨੀਲੇ ਕਾਰਡ ਵੀ ਇਹਦਾ ਨੀਲੇ ਕਾਰਡਾਂ ਦਾ ਕਾਂਗਰਸੀਕਰਨ ਕੀਤਾ ਗਿਆ, ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੀ ਵੀ ਸਰਕਾਰ ਆਉਂਦੀ ਆ, ਜਿਹੜੀ ਪਹਿਲੀ ਸਰਕਾਰ ਸੀ ਉਹ ਵੀ ਮਤਲਬ ਆਪਣੇ ਚਹੇਤਿਆਂ ਦੇ ਬਣਾ ਲਏ, ਹੁਣ ਇਹਨਾਂ ਨੇ ਕਿਹਾ ਹੁਣ ਆਪਣੇ ਚਹੇਤਿਆਂ ਦੇ ਬਣਾ ਲਓ। ਜਿਹੜਾ ਚਹੇਤਾਪਣਾ ਹੈ ਬੰਦ ਕਰਨਾ ਚਾਹੀਦਾ। ਜਮਹੂਰੀ ਸਿਸਟਮ ਦੇ ਅੰਦਰ ਜੋ ਲੋਕ ਹਕੀਕੀ ਰੂਪ ਵਿੱਚ ਉਸ ਸਕੀਮ ਦੇ ਹੱਕਦਾਰ ਨੇ ਉਹਨਾਂ ਤੱਕ ਉਹ ਸਕੀਮ ਦਾ ਲਾਭ ਪਹੁੰਚਣਾ ਚਾਹੀਦਾ, ਨਾ ਕਿ ਆਪਣੇ ਚਹੇਤਿਆਂ ਨੂੰ। ਉਹ ਤਾਂ ਉਹ ਗੱਲ ਆ, ਪੰਜਾਬੀ ਦੀ ਕਹਾਵਤ ਆ, ਅੰਨਾ ਵੰਡੇ ਸੀਰ ਨਹੀਂ ਮੁੜ ਮੁੜ ਆਪਣਿਆਂ ਨੂੰ, ਉਹ ਬੰਦ ਕਰਨਾ ਚਾਹੀਦਾ। ਇਹ ਜਿਹੜਾ ਕੋਵਿਡ-19 ਇਸ ਸੰਕਟ ਦੇ ਦੌਰਾਨ ਜਿਸ ਸਥਿਤੀ 'ਚੋਂ ਅਸੀਂ ਲੰਘੇ ਹਾਂ, ਖਾਸ ਕਰਕੇ ਅਸੀਂ ਦੇਖਿਆ ਕਿ ਜਿਹੜੀ ਮਾਰ ਹੈ ਉਹ ਜ਼ਿਆਦਾ ਜਿਹੜੀ ਹੇਠਲੀ ਲੋਅਰ ਕਲਾਸ ਹੈ ਉਹਨੂੰ ਜ਼ਿਆਦਾ, ਅਤੇ ਸਾਡੇ ਕੰਨ ਉਹ ਤਾਂ ਪ੍ਰਭਾਵ ਤਾਂ ਪੈਣਾ ਹੀ ਹੈ। ਕਿਉਂਕਿ ਸਾਡਾ ਜਿਹੜਾ ਵਪਾਰਕ ਸਾਰਾ ਉਥਲ-ਪੁਥਲ ਹੋ ਗਿਆ, ਇਹਦੇ ਤੋਂ ਤੁਸੀਂ ਕਿੰਨਾ ਕੁ ਸਮਾਂ ਲੱਗਦਾ ਕਿ ਇਹਦੇ 'ਚੋਂ ਕਿੰਨੀ ਕੁ ਦੇਰ ਸਾਨੂੰ ਲੱਗੇਗੀ ਇਸ 'ਚੋਂ ਜਿਹੜਾ ਘਾਟਾ ਉਸ ਨੂੰ ਨਿਕਲਣ ਦੇ ਲਈ? ਦੇਖੋ, ਇਹਦੇ ਲਈ ਕਾਫੀ ਸਮਾਂ ਲੱਗੇਗਾ। ਜੇ ਸਰਕਾਰਾਂ ਨੇ ਠੀਕ ਰੁਖ ਅਖਤਿਆਰ ਨਾ ਕੀਤਾ, ਪੰਜਾਬ ਔਰ ਕੇਂਦਰ ਸਰਕਾਰ ਨੇ, ਤਾਂ ਇਹ 'ਚੋਂ ਉੱਭਰਨ ਵਾਸਤੇ ਬਹੁਤ ਸਮਾਂ ਲੱਗ ਸਕਦਾ। ਇਹਦੇ ਨਾਲ ਸਮਝ ਲਓ ਤਬਾਹੀ ਵਰਗੇ ਹਾਲਾਤ ਆ ਜਿਹੜੇ ਉਹ ਪੈਦਾ ਹੋ ਸਕਦੇ ਆ, ਕਿਉਂਕਿ ਸਰਕਾਰ ਮਜ਼ਦੂਰਾਂ ਦਾ ਭਰੋਸਾ ਜਿੱਤਣ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਅਤੇ ਜਿੰਨਾ ਚਿਰ ਵਰਕਿੰਗ ਕਲਾਸ ਦਾ ਤੁਸੀਂ ਭਰੋਸਾ ਨਹੀਂ ਜਿੱਤਦੇ, ਉਹਨਾਂ ਦੇ ਕੰਮ ਦੇ ਹਾਲਾਤ ਆ ਜਿਹੜੇ ਉਹ ਨੋਰਮਲਾਈਜ਼ ਨਹੀਂ ਕਰਦੇ ਹੈ, ਉਹਨਾਂ ਚਿਰ ਤੁਸੀਂ ਆਪਣੀ GDP ਨੂੰ, ਆਪਣੀ ਜਿਹੜੀ ਆਰਥਿਕਤਾ ਉਹਨੂੰ ਸੰਭਾਲਣ ਦੇ ਸਮਰੱਥ ਨਹੀਂ ਹੋ ਸਕਦੇ। ਇਸ ਵੇਲੇ ਜੇ ਆਰਥਿਕਤਾ ਖੜੀ ਆ ਜਾਂ ਬਚੀ ਆ ਤਾਂ ਉਹ ਸਿਰਫ ਖੇਤੀ 'ਤੇ ਆਧਾਰਿਤ ਹੈ। ਅਤੇ ਅਸੀਂ ਐਗਰੀਕਲਚਰ ਮੁਲਕ ਹੋਣ ਕਾਰਨ ਸਾਨੂੰ ਬੈਨੀਫਿਟ ਇਸ ਗੱਲ ਦਾ ਹੀ ਹੈ ਵੀ ਉਹ ਖੇਤੀ ਆਧਾਰਿਤ ਜਿਹੜੀ ਇਨਕਮ ਆ, ਅਸੀਂ ਉਹਦੇ ਸਿਰ 'ਤੇ ਅਜੇ ਸਰਵਾਈਵ ਕਰ ਰਹੇ ਹਾਂ। ਸਹੀ। ਇਹ ਜਿਹੜਾ ਹੁਣ 1-2-4 ਦਿਨਾਂ ਤੋਂ ਜਿਹੜੇ ਹਾਲਾਤ ਬਣੇ ਹੋਏ ਆ, ਖਾਸ ਕਰਕੇ ਜਿਵੇਂ ਚਾਈਨਾ ਦਾ ਜਿਹੜਾ ਮਸਲਾ ਹੈ ਕਿ ਉਹਨਾਂ ਨੇ ਉੱਧਰੋਂ ਥੋੜ੍ਹਾ ਜਿਹਾ ਤਣਾਅ ਬਣਿਆ ਹੋਇਆ ਸਾਡੇ ਬਾਰਡਰਸ ਦੇ ਉੱਤੇ, ਅਤੇ ਉੱਧਰੋਂ ਨੇਪਾਲ ਨੇ ਵੀ ਕੁਛ ਇਸ ਤਰ੍ਹਾਂ ਦੇ ਬਿਆਨ ਦਿੱਤੇ ਹੈ। ਇਹ ਜਿਹੜਾ ਸਿਆਸੀ ਇਸ ਤਰ੍ਹਾਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਜਿਹੜਾ ਕੀਤਾ ਜਾ ਰਿਹਾ, ਇਹਦਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ, ਇਸ ਤਰ੍ਹਾਂ ਸਥਿਤੀਆਂ ਪੈਦਾ ਹੋਣਾ, ਇਹ ਕਿਸ ਤਰ੍ਹਾਂ ਦਾ ਪ੍ਰਭਾਵ ਦੇਣਗੇ? ਅਸਲ ਵਿੱਚ ਇਹ ਆ ਵੀ ਇਹਦੇ ਲਈ ਮੋਦੀ ਸਰਕਾਰ ਫੁੱਲੀ ਰਿਸਪੋਂਸੀਬਲ। ਜਿਹੜੀ ਸਾਡੀ ਵਿਦੇਸ਼ ਪਾਲਿਸੀ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਉਹਨੂੰ ਮੁਕੰਮਲ ਰੂਪ ਵਿੱਚ ਜਿਹੜਾ ਅਮਰੀਕਾ ਦੇ ਬਿਲਕੁਲ ਥੱਲੇ ਲਾ ਦਿੱਤਾ ਹੈ, ਸਾਮਰਾਜ ਦੇ ਥੱਲੇ ਲਾ ਦਿੱਤਾ। ਉਹਦੇ ਨਤੀਜੇ ਵਜੋਂ ਬਾਕੀ ਜਿਹੜੀ ਇਹਦੀ ਬੋਲੀ ਹੈ, ਜੋ ਬੋਲਦਾ ਤਾਂ ਇਸ ਤਰ੍ਹਾਂ ਦਾ ਪ੍ਰਭਾਵ ਦਿੰਦਾ ਹੈ ਵੀ ਆਂਢੀਆਂ ਗੁਆਂਢੀਆਂ ਨਾਲ ਬਣਾ ਕੇ ਰੱਖਣ ਦੀ ਬਜਾਏ ਲਲਕਾਰੇ ਮਾਰਦਾ। ਲਲਕਾਰੇ ਮਾਰਨ ਨਾਲ ਰਾਜਨੀਤੀ ਨਹੀਂ ਚੱਲਦੀ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੜੀ ਸੰਜਮਤਾ ਦੇ ਨਾਲ, ਬੜੀ ਸੰਜੀਦਗੀ ਦੇ ਨਾਲ ਆਪਣੇ ਗੁਆਂਢੀਆਂ ਨਾਲ ਬਿਹਤਰੀਨ ਸੰਬੰਧ ਆ ਜਿਹੜੇ ਉਹ ਡਿਵੈਲਪ ਕਰਨੇ ਚਾਹੀਦੇ ਆ। ਜੇ ਤੁਹਾਡੇ ਆਂਢ ਗੁਆਂਢ ਦੇ ਵਿੱਚ ਝਗੜਾ ਹੋਏਗਾ ਤਾਂ ਬਾਹਰਲੇ ਮੁਲਕਾਂ ਨੂੰ, ਜਿਹੜੇ ਦੂਸਰੇ ਲੋਕ ਨੇ, ਉਹਨਾਂ ਨੂੰ ਦਖਲ ਦੇਣ ਦਾ ਇਸ 'ਚ ਮੌਕਾ ਮਿਲੇਗਾ, ਜਿਹਦੇ ਨਾਲ ਦੇਸ਼ ਦਾ ਨੁਕਸਾਨ ਹੋਏਗਾ, ਸਾਡਾ ਹਰ ਪੱਖ ਤੋਂ ਨੁਕਸਾਨ ਹੋ ਸਕਦਾ। ਅਤੇ ਦਬਕਿਆਂ ਨਾਲ, ਧਮਕੀਆਂ ਨਾਲ ਇੱਦਾਂ ਲਲਕਾਰੇ ਮਾਰ ਕੇ ਕੰਮ ਨਹੀਂ ਚੱਲਦਾ, ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਾ ਲਲਕਾਰੇ ਮਾਰਨੇ ਸੋਭਾ ਹੀ ਦਿੰਦਾ। ਇਹਦੇ ਪਿੱਛੇ ਕੀ ਹੈ ਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ, ਇਹ ਪਹਿਲਾਂ 2 ਵਾਰ ਪਹਿਲਾਂ ਕਹਿ ਚੁੱਕਿਆ, ਅਤੇ ਦੁਬਾਰਾ ਫਿਰ ਉਹਦਾ ਟਰੰਪ ਅਮਰੀਕਨ ਰਾਸ਼ਟਰਪਤੀ ਦਾ ਦੁਬਾਰਾ ਫਿਰ ਬਿਆਨ ਕਿ ਮੈਂ ਵਿਚੋਲਗੀ ਲਈ ਤਿਆਰ ਹਾਂ। ਜਦੋਂ ਵੀ ਗੱਲ ਚਾਈਨਾ ਜਾਂ ਇੰਡੀਆ ਦੀ ਆਉਂਦੀ ਹੈ ਤਾਂ ਉਦੋਂ ਹੀ ਵਿਚੋਲਗੀ ਦੀ ਗੱਲ ਕਰਨ ਲੱਗ ਜਾਂਦੇ ਵੀ ਮੈਂ ਵਿਚੋਲਗੀ ਕਰਨ ਲਈ ਤਿਆਰ ਹਾਂ। ਦੇਖੋ, ਜੇ ਤੁਸੀਂ ਕਮਜ਼ੋਰ ਹੋ ਤਾਂ ਵਿਚੋਲਗੀ ਲਈ ਅਗਲਾ ਗੱਲ ਕਰੇਗਾ, ਜੇ ਤੁਸੀਂ ਮਜ਼ਬੂਤ ਹੋ ਤਾਂ ਕਿਸੇ ਦੀ ਵਿਚੋਲਗੀ ਕਰਨ ਦੀ ਕੀ ਹਿੰਮਤ ਆ? ਇਹ ਤਾਂ ਅਸੀਂ ਆਪਣਾ ਹੱਥ ਹੀ, ਜਦੋਂ ਉਹਨੂੰ ਹੱਥ ਕਿ ਉਹਨੂੰ ਮੋਢੇ ਤੱਕ ਫੜਾ ਦਿੱਤਾ ਟਰੰਪ ਨੂੰ, ਤੁਸੀਂ ਉਹ ਤਾਂ ਟਰੰਪ ਦੇ ਥੱਲੇ ਹੀ ਇੰਨਾ ਲੱਗ ਚੁੱਕੇ ਹੋ ਤੁਸੀਂ USA ਦੇ ਵਿਦੇਸ਼ ਪਾਲਿਸੀ ਦੇ ਸਵਾਲ ਦੇ ਉੱਤੇ ਵੀ ਸਾਡੀਆਂ ਤਾਂ PP ਕਿੱਟਾਂ ਜਿਹੜੀਆਂ, ਸਾਡਾ ਜਿਹੜਾ ਰੈਪਿਡ ਟੈਸਟ ਕਿੱਟਾਂ ਨੇ, ਉਹਦੇ ਆਰਡਰ ਜਿਹੜੇ ਸਾਡੇ ਨੇ, ਜਿਹੜੇ ਤਾਮਿਲਨਾਡੂ 'ਚ ਉਤਰਨੇ ਆ, ਅਤੇ ਉਹ ਆਰਡਰ ਸਾਡੇ ਨਹੀਂ ਉਤਰਨ ਦਿੱਤੇ, ਉਹਨੂੰ ਡਾਈਵਰਟ ਕਰਵਾ ਲਿਆ USA ਨੇ, ਅਮਰੀਕਾ ਨੇ ਧਮਕੀ ਦੇ ਕੇ। ਅਤੇ ਜਿਹੜਾ ਪ੍ਰਧਾਨ ਮੰਤਰੀ ਮੁਲਕ ਦਾ ਆਪਣੇ ਮੁਲਕ ਦੇ ਲੋਕਾਂ ਲਈ ਜਿਹੜੀਆਂ ਸਿਕਿਉਰਿਟੀ ਵਾਸਤੇ, ਮਤਲਬ ਆਪਣੀ ਸੁਰੱਖਿਆ ਵਾਸਤੇ ਅਸੀਂ ਮੰਗਾਈਆਂ ਨੇ ਇਸ ਵੇਲੇ ਮਹਾਮਾਰੀ ਦੇ ਦੌਰਾਨ ਕਰੋਨਾ 'ਚ, ਅਤੇ ਉਹ ਸਮਾਨ ਆਪਣੇ ਮੁਲਕ 'ਚ ਉਤਰ ਨਹੀਂ ਦੇ ਰਿਹਾ ਅਤੇ ਬਾਹਰੇ-ਬਾਹਰ ਡਾਈਵਰਟ ਕਰ ਰਿਹਾ, ਅਤੇ ਇਹਦਾ ਮਤਲਬ ਕੀ ਹੈ? ਅਮਰੀਕਾ ਤਾਂ ਬੁਰੀ ਤਰ੍ਹਾਂ ਥੱਲੇ ਲੱਗਿਆ ਹੋਇਆ, ਅਮਰੀਕਾ ਤੋਂ ਬੁਰੀ ਤਰ੍ਹਾਂ ਡਰ ਰਿਹਾ ਵਾ। ਇਹਦੇ ਡਰਪੋਕਪੁਣੇ ਦੀ ਨਿਸ਼ਾਨੀ ਹੈ। ਇਹ 'ਚ ਕੋਈ ਮਤਲਬ ਸੰਜੀਦਗੀ ਵਾਲੀ ਕੋਈ ਨਿਸ਼ਾਨੀ ਨਹੀਂ ਮਿਲਦੀ ਇਹਦੇ ਵਿੱਚੋਂ। ਮਤਲਬ ਅਮਰੀਕਾ ਤੋਂ ਬੁਰੀ ਤਰ੍ਹਾਂ ਭੈਭੀਤ ਹੈ। ਉਸ ਕਰਕੇ ਅਮਰੀਕਾ ਵਿਚੋਲਗੀ, ਹੁਣ ਚਾਈਨਾ ਦੇ ਮੁਕਾਬਲੇ 'ਤੇ ਕੀ ਵਿਚੋਲਗੀ ਕਰ ਲੇਗਾ ਅਮਰੀਕਾ? ਚਾਈਨਾ ਹੀ ਅਨਡਨ ਕਰ ਦੇਗਾ।
ਵੀਟੋ ਪਾਵਰ ਵੀ ਆ ਉਹਨਾਂ ਕੋਲੇ, ਉਹ ਕੀ ਮੰਨੇਗਾ ਇਹਨੂੰ। ਅੱਛਾ, ਆਪਣੇ ਜਿੱਥੇ ਵੀ ਖੱਬੇ ਪੱਖੀ ਤਾਕਤਾਂ ਦੀਆਂ ਸਰਕਾਰਾਂ ਰਹੀਆਂ ਨੇ, ਉੱਥੇ ਬੜਾ ਵਧੀਆ ਉੱਥੋਂ ਦਾ ਸਿਸਟਮ ਰਿਹਾ। ਉੱਥੋਂ ਜਿਹੜੇ ਅੱਜ CPI, CPM, CPIL ਜਿਹੜੀ ਹੈ, ਇਹ ਇੰਨੀਆਂ ਵੱਡੀਆਂ ਪਾਰਟੀਆਂ ਜਿਨ੍ਹਾਂ ਦਾ ਐਡਾ ਵੱਡਾ ਆਧਾਰ ਸੀ ਪੰਜਾਬ ਦੇ ਵਿੱਚ, ਅੱਜ ਉਹ ਇੱਕ ਲੋਕਾਂ ਨੂੰ ਚੇਤਨ ਕਰਨ ਵਾਸਤੇ ਲੱਗੀਆਂ ਹੋਈਆਂ। ਉਹ ਸਫਾਂ 'ਤੇ ਜਾ ਕੇ ਲੜਦੀਆਂ ਵੀ, ਉਹ ਸਰਕਾਰ ਨੂੰ ਚੇਤਨ ਵੀ ਕਰਦੀਆਂ, ਸੁਚੇਤ ਵੀ ਕਰਦੀਆਂ ਨੇ, ਮੰਗਾਂ ਲਈ, ਹੱਕਾਂ ਲਈ ਲੜਦੀਆਂ ਵੀ ਨੇ। ਪਰ ਉਹ ਆਪਣਾ ਹੇਠਾਂ ਗ੍ਰਾਸ ਰੂਟ 'ਤੇ ਲੋਕਾਂ ਦੇ ਵਿੱਚ ਆਪਣਾ ਇੱਕ ਨਵਾਂ ਕਾਡਰ ਤਿਆਰ ਕਰਨ ਵਾਸਤੇ, ਵੋਟਰ ਤਿਆਰ ਕਰਨ ਵਾਸਤੇ, ਉਹਦਾ ਆਪਣਾ ਆਧਾਰ ਬਣਾਉਣ ਵਾਸਤੇ, ਜਿਵੇਂ ਕਿ ਹਮੇਸ਼ਾ ਸਾਰੀਆਂ ਪਾਰਟੀਆਂ ਕਰਦੀਆਂ ਨੇ, ਇਹ ਕੀ ਇਸ ਤਰ੍ਹਾਂ ਦੀ ਕੀ ਕੋਸ਼ਿਸ਼ ਹੈ? ਦੇਖੋ, ਉਹਦੇ 'ਚ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਯੰਗ ਜਨਰੇਸ਼ਨ ਨੂੰ ਪਾਰਟੀ ਦੇ ਨੇੜੇ ਲਾਉਣ ਦਾ। ਅਸੀਂ ਪੂਰਾ ਯਤਨ ਕਰ ਰਹੇ ਹਾਂ। ਅਸਲ ਵਿੱਚ ਲੜਾਈ ਜਿਹੜੀ ਹੈ ਉਹ ਨੀਤੀਆਂ ਦੇ ਸਵਾਲ 'ਤੇ CPIM ਹੀ ਲੜ ਰਹੀ ਆ ਸਾਰੇ ਦੇਸ਼ ਦੇ ਵਿੱਚ। ਜਿਹੜੀਆਂ ਆਧਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਜਿਹਨੇ ਤਬਾਹੀ ਮਚਾਈ ਹੋਈ ਆ ਦੇਸ਼ ਵਿੱਚ ਵੀ, ਸੰਸਾਰ ਵਿੱਚ ਵੀ। ਜਿਹੜਾ ਆਧਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੇ ਪਦ ਚਿੰਨ੍ਹਾਂ 'ਤੇ ਚੱਲਦਾ, ਉਸ ਮੁਲਕ ਵਿੱਚ ਤਬਾਹੀ ਹੋਣੀ ਲਾਜ਼ਮੀ ਹੈ। ਅਤੇ ਇਹਨਾਂ ਨੀਤੀਆਂ ਦੇ ਖਿਲਾਫ ਜੇ ਕੋਈ ਲੜ ਰਹੀ ਧਿਰ ਆ ਦੇਸ਼ ਵਿੱਚ ਵੀ, ਤਾਂ ਉਹ CPIM ਸਭ ਤੋਂ ਮੋਹਰੀ ਧਿਰ ਹੈ। ਦੂਸਰੀਆਂ ਲੈਫਟ ਪਾਰਟੀ 'ਚ ਵੀ ਅਸੀਂ ਉਹਨਾਂ ਨੂੰ ਨਾਲ ਰੱਖਦੇ ਹਾਂ, ਅਤੇ ਉਹਨਾਂ ਦੇ ਨਾਲ ਲੱਗ ਕੇ ਅਸੀਂ ਮਤਲਬ ਲੜਾਈ 'ਚ ਮੋਹਰੀ ਭੂਮਿਕਾ CPIM ਦੀ ਹੀ ਹੈ, ਅਤੇ ਉਹਦੇ 'ਚ ਅਸੀਂ ਲਗਾਤਾਰ ਯਤਨਸ਼ੀਲ ਹਾਂ। ਸਵਾਲ ਲੜਾਈ ਵਿਚਾਰ ਦੀ ਹੈ। ਅਸੀਂ ਵਿਚਾਰਾਂ ਦੇ ਤੌਰ 'ਤੇ ਇਹਨਾਂ ਨੀਤੀਆਂ ਦੇ ਡਟ ਕੇ ਵਿਰੋਧੀ ਹਾਂ, ਅਤੇ ਬਾਕੀ ਪਾਰਟੀਆਂ ਦਾ ਵਿਚਾਰਾਂ ਦੇ ਤੌਰ 'ਤੇ ਉਹਨਾਂ ਨੀਤੀਆਂ ਦੇ ਸਵਾਲ 'ਤੇ ਕੋਈ ਵਿਰੋਧ ਨਹੀਂ ਹੈ। ਅਤੇ ਵਿਰੋਧ ਦੇ ਤੌਰ 'ਤੇ ਅਸੀਂ ਲਾਜ਼ਮੀ ਤੌਰ 'ਤੇ ਅਸੀਂ ਇਹਦੇ 'ਚ ਗੇਨ ਕਰਾਂਗੇ। ਲਾਜ਼ਮੀ ਤੌਰ 'ਤੇ ਅੰਤਮ ਲੜਾਈ ਸਾਡੇ ਵਿਚਾਰਾਂ ਨਾਲ ਹੀ ਹੋਣੀ ਆ। ਅੰਤਮ ਤੌਰ 'ਤੇ ਅਸੀਂ ਉਹਦੇ 'ਚ ਜੇਤੂ ਹੋ ਕੇ ਨਿਕਲਾਂਗੇ ਲਾਜ਼ਮੀ ਤੌਰ 'ਤੇ। ਇਹ ਸਾਨੂੰ ਭਰੋਸਾ ਹੈ, ਅਸੀਂ ਜਿੱਤਾਂਗੇ। ਇਸ ਜਿਹੜਾ ਅੱਗੇ ਕੋਈ ਜਿਹੜਾ ਪ੍ਰੋਗਰਾਮ ਲੈ ਕੇ ਆ ਰਹੀ ਹੈ ਪਾਰਟੀ ਤੁਹਾਡੇ ਵੱਲੋਂ ਅਗਲੇ ਦਿਨਾਂ ਦੇ ਵਿੱਚ, ਉਹ ਕੀ ਹੈਗੀ ਹੈ ਲੋਕ ਹਿੱਤਾਂ ਲਈ ਜਾਂ ਅੱਜ ਦੇ ਹਾਲਾਤਾਂ ਦੇ ਨਾਲ ਸੰਬੰਧਿਤ? ਅਸੀਂ ਦੇਖੋ 3 ਜਿਹੜੇ 4 ਸਵਾਲ ਨੇ ਉਹ 1 ਤਰੀਕ ਤੋਂ ਬਾਅਦ ਅਨਾਉਂਸ ਕਰ ਦੇਣਾ। ਅਸੀਂ ਸ਼ਰਾਬ ਮਾਫੀਏ ਦੇ, ਨਸ਼ਾ ਮਾਫੀਏ ਦੇ ਖਿਲਾਫ, ਰੇਤ ਤੇ ਬਜਰੀ ਮਾਫੀਏ ਦੇ ਖਿਲਾਫ, ਔਰ ਜਿਹੜੇ ਕਾਰਡ ਕੱਟੇ ਗਿਆ ਗਰੀਬ ਲੋਕਾਂ ਦੇ ਉਹਦੇ ਖਿਲਾਫ। ਇਸੇ ਤਰ੍ਹਾਂ ਜਿਹੜਾ 2020 ਐਕਟ ਲੈ ਕੇ ਆ ਰਹੇ ਨੇ ਬਿਜਲੀ, ਇਹਨਾਂ ਨੂੰ ਮੁੱਦਾ ਬਣਾ ਕੇ ਅਸੀਂ ਪੰਜਾਬ ਵਿੱਚ ਇੱਕ ਵੱਡੀ ਜਿਹੜੀ ਮੁਹਿੰਮ ਛੇੜਾਂਗੇ, ਅਤੇ ਵੱਡੀ ਲੜਾਈ ਹੈ ਜਿਹੜੀ ਇਹਦੇ 'ਤੇ ਅਸੀਂ ਕੇਂਦਰਿਤ ਕਰਾਂਗੇ ਲੋਕਾਂ ਦਾ ਧਿਆਨ ਇਸ ਸਵਾਲ ਦੇ ਉੱਤੇ। ਔਰ ਜੋ ਅੱਜ ਕਰੋਨਾ ਮਹਾਮਾਰੀ ਦੇ ਦੌਰਾਨ 'ਚ ਜਿਸ ਵੀ ਪ੍ਰਸਥਿਤੀ ਦੇ ਵਿੱਚ ਸਾਨੂੰ ਲੜਨਾ ਪੈ ਰਿਹਾ, ਉਹਦੇ 'ਚ ਲੜਦਿਆਂ ਹੋਇਆਂ ਔਰ ਲੋਕਾਂ ਨੂੰ ਐਜੂਕੇਟ ਕਰਾਂਗੇ, ਕਿਉਂਕਿ ਕਰੋਨਾ ਨਾਲ ਲੜਨ ਵਾਸਤੇ ਵਰਲਡ ਵਾਈਡ ਅਜੇ ਕੋਈ ਵੈਕਸੀਨ ਤਿਆਰ ਨਹੀਂ ਹੋਈ, ਕੋਈ ਮੈਡੀਸਨ ਤਿਆਰ ਨਹੀਂ ਹੋਈ। ਇਹਦੇ ਵਾਸਤੇ ਲੋਕਾਂ ਨੂੰ ਐਜੂਕੇਸ਼ਨ ਕਰਨਾ ਹੀ ਸਭ ਤੋਂ ਵੱਡਾ ਸਵਾਲ ਆ। ਅਸੀਂ ਲੋਕਾਂ ਨੂੰ ਇਹ ਬੇਨਤੀ ਕਰਾਂਗੇ ਵੀ ਤੁਸੀਂ ਸਰੀਰਕ ਦੂਰੀ ਬਣਾ ਕੇ ਰੱਖਦਿਆਂ ਹੋਇਆਂ, ਸਮਾਜਿਕ ਏਕਾ ਬਣਾ ਕੇ ਰੱਖਦਿਆਂ ਹੋਇਆਂ ਇਸ ਦੇ ਖਿਲਾਫ ਲੜਨ ਦੀ ਜ਼ਰੂਰਤ ਹੈ। ਜਿਹੜੇ ਤਾਕਤਾਂ ਅੱਜ ਇਸ ਮਹਾਮਾਰੀ ਦੇ ਦੌਰਾਨ ਵੀ ਸਮਾਜਿਕ ਤੌਰ 'ਤੇ ਵੰਡੀਆਂ ਪਾ ਕੇ ਆਪਣਾ ਰਾਜਨੀਤਿਕ ਬੈਨੀਫਿਟ ਚਾਹੁੰਦੇ ਨੇ, ਉਹਨਾਂ ਦੇ ਖਿਲਾਫ ਲੋਕਾਂ ਨੂੰ ਜਾਗਰਤ ਹੋ ਕੇ ਲੜਨ ਦੀ ਜ਼ਰੂਰਤ ਆ। ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਲੋਕੋ, ਅੱਜ ਸਾਨੂੰ 99% ਲੋਕਾਂ ਨੂੰ ਸਮਝਦਾਰੀ ਦੇ ਨਾਲ ਜਿਹੜਾ 1% ਦੀ ਰਾਖੀ ਹੋ ਰਹੀ ਆ ਕੇਂਦਰ ਸਰਕਾਰ ਵੱਲੋਂ, ਉਹਦੇ ਖਿਲਾਫ ਡਟ ਕੇ ਲੜਾਈ ਦੇ ਮੈਦਾਨ 'ਚ ਆਉਣਾ ਚਾਹੀਦਾ। ਜਿਹੜਾ COVID-19 ਹੈ, ਇਸ ਬਾਰੇ ਬਹੁਤ ਪਹਿਲਾਂ ਜ਼ਿਕਰ ਹੋ ਚੁੱਕਿਆ ਸੀ, ਕਿਉਂਕਿ ਜਨਵਰੀ ਤੋਂ ਇਸ ਦੀਆਂ ਖਬਰਾਂ ਆਉਣ ਲੱਗੀਆਂ ਕਿ ਆਮ ਵਾਇਰਸ ਹੈ, ਇਹ ਫਲੂ ਹੈ, ਇਹਦੇ ਵਾਸਤੇ ਤੁਹਾਨੂੰ ਆਪਣੀ ਇਮਿਊਨਿਟੀ ਨੂੰ ਵਧਾਉਣਾ ਪੈਣਾ ਹੈ, ਅਤੇ ਹੋਰ ਇਹਦਾ ਜਿਹੜਾ ਹੈਗਾ ਟ੍ਰੀਟਮੈਂਟ ਉਹੀ ਮੈਡੀਸਨ ਨੇ ਉਹੀ ਹੈ। ਦੇਖੋ, ਮੇਨ ਜਿਹੜਾ ਇਮਿਊਨਿਟੀ ਦਾ ਸਵਾਲ ਆ, ਸਰੀਰ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਜਿਹੜੀ ਵਧਾਉਣੀ ਆ, ਉਹਦੇ ਲਈ ਬਿਹਤਰੀਨ ਖੁਰਾਕ ਚਾਹੀਦੀ ਹੈ। ਉਹਦੇ ਲਈ ਤੁਹਾਨੂੰ ਪੂਰੀ ਕੈਲਰੀਜ਼ ਮਤਲਬ ਖੁਰਾਕ ਮਿਲਣੀ ਚਾਹੀਦੀ ਹੈ। ਉਹ ਸਾਡੇ ਦੇਸ਼, ਉਹ ਸਾਡਾ ਦੇਸ਼ ਹੈ ਜਿਹੜਾ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਆ, ਪਹਿਲਾਂ ਹੀ ਮਤਲਬ ਸਾਨੂੰ ਪੂਰੀ ਕੈਲਰੀਜ਼ ਨਹੀਂ ਮਿਲਦੀ, ਅਤੇ ਸਾਡੇ ਤਾਂ ਬੱਚੇ ਆ ਜਿਹੜੇ ਜਨਮ ਤੋਂ ਫੌਰੀ ਬਾਅਦ ਮਤਲਬ ਮਰ ਜਾਂਦੇ ਆ, ਕੁਪੋਸ਼ਣ ਦਾ ਸ਼ਿਕਾਰ ਨੇ, ਉਹ ਕੁਪੋਸ਼ਣ ਦਾ ਸ਼ਿਕਾਰ ਨੇ। ਅਸੀਂ ਤਾਂ ਉਹਦੇ 'ਚੋਂ ਨਹੀਂ ਉੱਭਰ ਰਹੇ ਹੈਗੇ। ਅਤੇ ਜੇ ਤੁਸੀਂ ਇਸ ਸਮੇਂ ਦੇ ਦੌਰਾਨ ਲੋਕਾਂ ਨੂੰ ਅਨਾਜ ਆ ਜਿਹੜਾ ਪੂਰਾ ਨਹੀਂ ਦੇ ਸਕਦੇ, ਜਿਹੜਾ ਸਾਡੇ ਕੋਲ ਫਾਲਤੂ ਪਿਆ, ਜਿਹਨੂੰ ਚੂਹੇ ਖਾ ਰਹੇ ਆ, ਸੁਸਰੀ ਖਾ ਰਹੀ ਹੈ, ਜਿਹਨੂੰ ਕਰਾਫਟ ਤੇ ਭੈੜਾ ਜਿਹੜਾ ਤੰਤਰ ਆ ਉਹ ਖਾ ਰਿਹਾ, ਨਿਗਲ ਰਿਹਾ, ਅਤੇ ਇਸ ਮਹਾਮਾਰੀ ਦੇ ਦੌਰਾਨ ਵੀ ਉਹ ਅਨਾਜ ਦੇਣ ਵਾਸਤੇ ਕੇਂਦਰ ਸਰਕਾਰ ਤਿਆਰ ਨਹੀਂ ਹੈ।
ਤੇ ਕਿੰਨੀ ਨਿਰਦਈ ਆ ਸਰਕਾਰ ਜੇ ਜਿਹੜੇ ਇਸ ਵੇਲੇ ਵੀ ਉਹਨਾਂ ਨੂੰ ਦੇਣ ਵਾਸਤੇ ਤਿਆਰ ਨੇ। ਗੋਦਾਮ ਖੋਲ੍ਹ ਦੇਣੇ ਚਾਹੀਦੇ ਆ ਵੀ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ, ਕੋਈ ਭੁੱਖਾ ਨਹੀਂ ਸੌਣਾ ਚਾਹੀਦਾ। ਤਾਂ ਉਹਨਾਂ ਵਾਸਤੇ ਸਾਰਾ ਅਨਾਜ ਦਾ ਪ੍ਰਬੰਧ ਕਰਿਆ ਜਾ ਸਕਦਾ। ਸਾਨੂੰ ਬਾਹਰੋਂ ਮੰਗਾਉਣ ਦੀ ਵੀ ਲੋੜ ਨਹੀਂ, ਸਾਡੇ ਕੋਲੇ ਅਨਾਜ ਦਾ ਪੂਰਾ ਪ੍ਰਬੰਧ ਭਾਰਤ ਕੋਲੇ ਹੈ। ਚਾਵਲ, ਕਣਕ, ਦਾਲਾਂ, ਉਹਦਾ ਪ੍ਰਬੰਧ ਕਰਕੇ ਲੋਕਾਂ ਨੂੰ ਦੇਣਾ ਚਾਹੀਦਾ। ਇਮਿਊਨਿਟੀ ਜਿਹੜੀ ਹੈ, ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਦੇ ਵਿੱਚ, ਇਹ ਖੁਰਾਕ ਨਾਲ ਪੈਦਾ ਹੋਣੀ ਹੈ। ਜੇ ਤੁਸੀਂ ਖੁਰਾਕ ਵੀ ਦੇਣ ਨੂੰ ਤਿਆਰ ਨਹੀਂ, ਤੁਸੀਂ ਸੈਰ ਕਰਨ ਦੇਣ ਵੀ ਤਿਆਰ ਨਹੀਂ ਲੋਕਾਂ ਨੂੰ, ਤੁਸੀਂ ਘੁੰਮਣ ਦੇਣ ਲਈ ਵੀ ਤਿਆਰ ਨਹੀਂ, ਲੋਕ ਤੰਦਰੁਸਤ ਕਿਵੇਂ ਰਹਿਣਗੇ? ਲੋਕਾਂ ਨੂੰ ਬੰਦੀ ਬਣਾ ਕੇ ਥੋੜ੍ਹੀ ਰੱਖਿਆ ਜਾ ਸਕਦਾ। ਸਗੋਂ ਵਰਲਡ ਵਾਈਡ ਸਾਇੰਸਦਾਨਾਂ ਨੇ, ਡਾਕਟਰਜ਼ ਨੇ ਕਿਹਾ ਵੀ ਭਾਰਤ ਕੰਪੈਰੇਟਿਵਲੀ ਦੁਨੀਆ ਦੇ ਮੁਲਕਾਂ ਦੇ ਜੰਗ ਮੁਲਕ ਆ। ਤੇ ਜੰਗ ਲੋਕਾਂ ਨੂੰ ਕਰੋਨਾ ਕਰਾਨਾ ਆਮ ਵਾਇਰਸ ਕੁਛ ਨਹੀਂ ਕਹਿੰਦਾ, ਇਹਨਾਂ ਨੂੰ ਖੁੱਲ੍ਹੇ ਛੱਡੋ। ਔਰ ਇਹ ਕਰੋਨਾ ਜਿਹੜਾ ਹੈ, ਇਹ ਤਾਂ ਇੱਕ ਹਊਆ ਬਣਾ ਦਿੱਤਾ ਇਹਨਾਂ ਦਾ। ਕੀ ਹੈ ਉਹ ਹੌਲੀ ਹੌਲੀ ਉਸ ਹੋਰ ਸਾਰਾ ਸਾਹਮਣੇ ਆ ਜਾਏਗਾ। 3.5% ਡੈਥ ਰੇਟ ਆ ਇਹਦੇ 'ਤੇ ਲੋਕਡਾਊਨ। ਸਾਰਸ ਵਿੱਚ 10% ਡੈਥ ਰੇਟ ਆ, ਭਾਰਤ ਚੱਲ ਰਿਹਾ। ਤੇ ਬਾਕੀ ਜਿਹੜੇ ਬਿਮਾਰੀਆਂ ਦੇ ਵਿੱਚ ਡੈਥ ਰੇਟ ਜ਼ਿਆਦਾ ਨੇ, ਕੈਂਸਰ ਆ, HIV ਏਡਜ਼ ਆ, ਸ਼ੂਗਰ ਆ, ਹਾਰਟ ਆ, ਇਹਦੇ ਨਾਲ ਜਾਂ ਜਿਹੜੇ ਕਾਲਾ ਪੀਲੀਆ ਹੈ, ਇਹਦੇ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਨੇ। ਸਭ ਤੋਂ ਵੱਧ ਮੌਤਾਂ ਦਾ ਡੈਥ ਰੇਟ ਅੱਜ ਵੀ ਵਰਲਡ ਦੇ ਵਿੱਚ ਮਲੇਰੀਏ ਨਾਲ ਹੈ। ਮਲੇਰੀਏ ਦਾ ਡੈਥ ਰੇਟ 30% ਤੋਂ ਉੱਪਰ ਆ। ਤੇ ਉਹਦੇ ਲਈ ਤਾਂ ਭਾਰਤ ਜਾਂ ਦੁਨੀਆ ਬੰਦ ਨਹੀਂ ਹੁੰਦੀ। ਤੇ ਕਰੋਨਾ 'ਚ ਜੀ ਡੈਥ ਰੇਟ ਹੀ ਸਾਰਾ 3.5% ਆ। ਕਾਹਦੇ ਲਈ ਬੰਦ ਕੀਤਾ? ਤੇ ਸਿਰਫ ਲੋਕਾਂ ਦੇ ਹੱਕ ਹਕੂਕ ਨੂੰ ਕੁਚਲਣ ਵਾਸਤੇ ਆ, ਜਮਹੂਰੀਅਤ ਦਾ ਗਲਾ ਘੁੱਟਣ ਵਾਸਤੇ ਆ। ਤੇ ਉਹਨਾਂ ਦੇ ਹੱਕ ਹਕੂਕ ਨੂੰ ਅੰਦਰ ਬੰਦ ਕਰਕੇ ਆਪਣੇ ਜਿਹੜੀ ਗੱਲ ਨੂੰ ਅੱਗੇ ਵਧਾਉਣਾ ਸਰਮਾਏਦਾਰੀ ਜਮਾਤ ਦੀ ਇੱਕ ਸਮਝ ਲਓ ਸਮਝਦਾਰੀ ਆ ਵੀ ਇਸ ਨਾਂ ਦੇ ਉੱਤੇ ਲੋਕਾਂ 'ਚ ਪੈਨਿਕ ਕ੍ਰੀਏਟ ਕਰਕੇ ਆਪਾਂ ਆਪਣਾ ਮਕਸਦ ਹੱਲ ਕਰੋ। ਇਹ ਕਰਕੇ ਇਹਦੇ ਲਈ ਲੋਕਾਂ ਨੂੰ ਵਿਜੀਲੈਂਟ ਹੋ ਕੇ ਖੜਨਾ ਚਾਹੀਦਾ। ਮੈਂ ਪਹਿਲੇ ਲੋਕਡਾਊਨ ਤੋਂ ਬਾਅਦ ਹੀ, ਮੈਂ ਉਸ ਦਿਨ 14 ਤਰੀਕ ਦੀ ਮੀਟਿੰਗ 'ਚ ਵੀ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ, ਸਾਰਾ ਪਾਰਟੀ ਮੀਟਿੰਗ ਸਮੇਂ, ਵੀ ਲੋਕਡਾਊਨ ਇਸ ਸਮੱਸਿਆ ਦਾ ਕੋਈ ਸਮਾਧਾਨ ਨਹੀਂ। ਇਹਦਾ ਸਮਾਧਾਨ ਇੱਕੋ ਹੈ ਵੀ ਲੋਕਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿਓ, ਲੋਕਾਂ ਨੂੰ ਰੱਜਵੀਂ ਰੋਟੀ ਦਿਓ, ਲੋਕਾਂ ਨੂੰ ਸਾਰੇ ਸਾਧਨ ਦਿਓ। ਇਹਦਾ ਸਮਾਧਾਨ ਤਾਂ ਹੈ, ਅਤੇ ਇਹਦਾ ਸਮਾਧਾਨ ਐਜੂਕੇਸ਼ਨ ਹੈ। ਤੁਸੀਂ ਐਜੂਕੇਸ਼ਨ 'ਤੇ ਧਿਆਨ ਦਿਓ। ਅਤੇ ਉਹ ਐਜੂਕੇਸ਼ਨ 'ਤੇ ਸਰਕਾਰ ਨਾ ਕੇਂਦਰ ਦੀ ਨਾ ਪੰਜਾਬ ਦੀ ਧਿਆਨ ਨਹੀਂ ਦੇ ਰਹੀ। ਅਤੇ ਲੋਕਾਂ ਨੂੰ ਦਬਕੇ ਨਾਲ, ਪੁਲਿਸ ਦੇ ਡੰਡੇ ਨਾਲ, ਅਤੇ ਪੁਲਿਸ ਦੇ ਡੰਡੇ ਨਾਲ ਲੋਕ ਬਹੁਤਾ ਸਮਾਂ ਅੰਦਰ ਬੰਦੀ ਨਹੀਂ ਬਣਾਏ ਜਾ ਸਕਦੇ। ਅਤੇ ਲੋਕਾਂ 'ਚ ਰਜੈਂਟਮੈਂਟ ਬਹੁਤ ਹੈ ਇਸ ਸਮੇਂ। ਜਦੋਂ ਵੀ ਅਸੀਂ ਲੋਕ ਹਿੱਤਾਂ ਦੀ ਗੱਲ ਕਰਦੇ ਹਾਂ, ਜਦੋਂ ਕਿ ਸਾਡੀਆਂ ਮੰਗਾਂ ਇੱਕ ਹੁੰਦੀਆਂ, ਜਦੋਂ ਕਿ ਸਾਡਾ ਮਸਲਾ ਇੱਕੋ ਹੁੰਦਾ, ਜਦੋਂ ਕਿ ਅਸੀਂ ਇੱਕ ਕਿਸੇ ਉਦੇਸ਼ ਲਈ ਲੜ ਰਹੇ ਹਾਂ, ਤਾਂ ਉਦੋਂ ਜਦੋਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜਿਹੜੇ ਕੁਛ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਜਾਂ ਕੁਛ ਪਾਰਟੀਆਂ ਹੁੰਦੀਆਂ, ਜਾਂ ਕੁਛ ਲੀਡਰ ਹੁੰਦੇ ਆ, ਉਹ ਕਿਸੇ ਵੀ ਜਥੇਬੰਦੀ ਨਾਲ ਜਾਂ ਕਿਸੇ ਵੀ ਸੰਗਠਨ, ਤਾਂ ਉਹਨਾਂ ਨੂੰ ਕੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਹੋ? ਦੇਖੋ, ਅਸੀਂ ਖੁੱਲ੍ਹੀ ਅਪੀਲ ਕਰਦੇ ਹਾਂ। ਸਾਡੀ ਪਾਰਟੀ ਦੀ ਸਮਝ ਆ ਵੀ ਇਸ ਸਮੇਂ ਦੇ ਅੰਦਰ ਜਿਹੜੇ ਡੈਮੋਕ੍ਰੈਟਿਕ ਨੇ, ਸੈਕੂਲਰ ਨੇ, ਜਿਹੜੇ ਧਰਮ, ਜਾਤ ਪਾਤ, ਲਿੰਗ, ਬੋਲੀ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਅੱਜ ਲੜਨਾ ਚਾਹੁੰਦੇ ਆ, ਉਹਨਾਂ ਸਾਰਿਆਂ ਨੂੰ ਵੈਲਕਮ ਕਰਦੇ ਆ ਅਤੇ ਉਹ ਆਉਣ ਇਸ ਲੜਾਈ ਦੇ ਵਿੱਚ। ਅਤੇ ਜਿਹੜੇ ਲੋਕ ਅੱਜ ਵੀ ਧਰਮ ਦੇ ਨਾਂ ਦੇ ਉੱਤੇ, ਜਾਤ ਦੇ ਨਾਂ 'ਤੇ ਵੰਡੀਆਂ ਪਾਉਣਾ ਚਾਹੁੰਦੇ ਆ, ਅਸਲ ਵਿੱਚ ਉਹਨਾਂ ਦਾ ਮਨੋਰਥ ਹੋਰ ਹੈ। ਅਸੀਂ ਉਹਦੇ ਖਿਲਾਫ ਲੜਾਂਗੇ। ਪ੍ਰਿੰਸੀਪਲ ਸਾਡੀ ਲੜਾਈ ਇਹ ਆ ਵੀ ਅਸੀਂ ਇਹਨਾਂ ਫਿਰਕੂ, ਵੰਡਵਾਦੀ, ਜਾਤੀਵਾਦੀ ਜਿਹੜੀਆਂ ਤਾਕਤਾਂ ਨੇ, ਉਹਨਾਂ ਨੂੰ ਹਰਾਉਣਾ ਵੀ ਨਾਲ ਨਾਲ ਜ਼ਰੂਰਤ ਹੈ, ਜਿਵੇਂ ਕਰੋਨਾ ਮਹਾਂਮਾਰੀ ਨੂੰ ਹਰਾਉਣਾ। ਤੁਹਾਡਾ ਮਹਿੰਦਰ ਸਿੰਘ ਸਿੱਖੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਅਹਿਮ ਗੱਲਾਂ ਜਿਨ੍ਹਾਂ ਦੀ ਲੋਕਾਂ ਨੂੰ ਇਸ ਗੱਲਾਂ ਤੋਂ ਚੇਤਨ ਨੇ, ਲੋਕਾਂ ਤੱਕ ਇਹ ਗੱਲਾਂ ਪਹੁੰਚਾਉਣ ਲਈ, ਲੋਕਾਂ ਨੂੰ ਚੇਤਨ ਕਰਨ ਲਈ, ਲੋਕਾਂ ਨੂੰ ਸੁਚੇਤ ਕਰਨ ਲਈ ਕਿ ਆਓ ਅਸੀਂ ਉਹ ਜਿਹੜਾ ਕਿ ਪਰਦੇ ਦੇ ਪਿੱਛੇ ਹੈ, ਉਸ ਦੇ ਵਿੱਚ ਵੀ ਅਸੀਂ ਦੇਖੀਏ ਕਿ ਕੀ ਆ। ਉਸ ਦੇ ਲਈ ਤੁਸੀਂ ਅੱਜ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਗੱਲਾਂ। ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।